ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਦੇ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। ਬਾਵਨ ਅੱਖਰ ਸੋਧ ਕੈ, ਹਰ ਚਰਣੀ ਚਿਤ ਲਾਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਭਗਤ ਕਬੀਰ ਸਾਹਿਬ ਜੀ ਦੇ ਜੋ ਪਾਵਨ ਸ਼ਲੋਕ ਅੱਜ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1373 ਦੇ ਉੱਪਰ ਸੁਭਾਏਮਾਨ ਹਨ। ਕਬੀਰ ਸਾਹਿਬ ਜੀ ਅੰਮ੍ਰਿਤਮਈ ਬਚਨਾਂ ਵਿੱਚ ਕਿਰਪਾ ਕਰਕੇ ਦੁਨੀਆ ਦੇ ਵਿੱਚ ਮਨੁੱਖਾਂ ਨੂੰ ਸਮਝਾਉਂਦੇ ਨੇ ਕਿ ਹੇ ਇਨਸਾਨ, ਹੇ ਮਨੁੱਖ, ਜਿਸ ਕਰਕੇ ਤੇਰੇ ਮਨ ਦੇ ਵਿੱਚ ਸੰਸਾ ਪੈਦਾ ਹੋ ਰਿਹਾ ਹੈ, ਮਨ ਦੇ ਵਿੱਚ ਸ਼ੰਕਾ ਪੈਦਾ ਹੋ ਰਹੀ ਹੈ, ਔਰ ਜਿਸ ਕਾਗਜ਼ ਦੇ ਉੱਤੇ ਲਿਖੇ ਹੋਏ ਅੱਖਰਾਂ ਦੇ ਕਰਕੇ ਤੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਹੈ, ਉਹ ਕਾਗਜ਼ ਨੂੰ ਤੂੰ ਪਾਣੀ ਦੇ ਵਿੱਚ ਰੋੜ ਦੇ, ਉਹਨੂੰ ਪਾਣੀ ਦੇ ਵਿੱਚ ਵਹਾ ਦੇ, ਤਾਂ ਕਿ ਉਹਨਾਂ ਅੱਖਰਾਂ ਨੂੰ ਪੜ੍ਹ ਕੇ ਤੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਸ਼ੰਕਾ ਪੈਦਾ ਨਾ ਹੋਵੇ। ਹੁਣ ਅੱਖਰ ਤੇ ਸਾਨੂੰ ਵੀ ਦਿੱਤੇ ਨੇ ਗੁਰਬਾਣੀ ਦੇ ਰੂਪ ਵਿੱਚ, ਔਰ ਇੱਕ ਅੱਖਰ ਵੀ ਜੇ ਸਾਡੇ ਮਨ ਵਿੱਚ ਵਸ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਆ ਤੇਰੀ ਜੀਵਨ ਦੀ ਅਵਸਥਾ ਉੱਚੀ ਹੋ ਜਾਏਗੀ। ਇੱਕ ਸ਼ਬਦ ਵੀ ਤੇਰੇ ਹਿਰਦੇ ਵਿੱਚ ਵਸ ਗਿਆ ਤੇ ਤੇਰਾ ਜੀਵਨ ਬਦਲ ਜਾਏਗਾ। ਪਰ ਕਈ ਐਸੇ ਕਾਗਜ਼ਾਂ ਦੇ ਉੱਪਰ ਅੱਖਰ ਲਿਖੇ ਹੋਏ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਦੇ ਵਿੱਚ ਸੰਸਾ ਪੈਦਾ ਹੁੰਦੀ ਹੈ। ਇਸ ਲਈ ਆਖਿਆ ਇਹਨੂੰ ਚੰਗੀ ਤਰ੍ਹਾਂ ਸੋਧ, ਇਹਨੂੰ ਚੰਗੀ ਤਰ੍ਹਾਂ ਵਿਚਾਰ। ਜਦੋਂ ਅਸੀਂ ਸੋਧ ਕੇ ਵਿਚਾਰ ਕੇ ਇਹਨਾਂ ਅੱਖਰਾਂ ਨੂੰ ਜੋੜ ਕੇ ਸ਼ਬਦ ਦਾ ਅਭਿਆਸ ਕਰਾਂਗੇ ਤਾਂ ਉਹਦਾ ਪ੍ਰਭਾਵ ਸਾਡੇ ਮਨ ਤੇ ਪਏਗਾ, ਉਹਦਾ ਅਸਰ ਸਾਡੇ ਮਨ ਤੇ ਹੋਏਗਾ। ਹੁਣ ਅੱਖਰ ਜਿਹੜੇ ਨੇ ਜਿਹਦੀ ਗੱਲ ਕਬੀਰ ਜੀ ਕਰ ਰਹੇ ਨੇ, ਕਬੀਰ ਸੰਸਾ ਦੂਰ ਕਰ, ਤੂੰ ਆਪਣੇ ਮਨ ਦੀ ਸੰਸਾ ਨੂੰ ਦੂਰ ਕਰ ਦੇ। ਕਿਉਂਕਿ ਜੇ ਤੇਰਾ ਮਨ ਅੰਦਰ ਸ਼ੰਕਾਵਾਦੀ ਹੋ ਗਿਆ ਤਾਂ ਤੇਰਾ ਚੱਲਣਾ ਬੜਾ ਔਖਾ ਹੈ।
ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਤੇਰੇ ਲਈ ਔਖਾ ਹੋ ਜਾਏਗਾ। ਇਸ ਲਈ ਤੂੰ ਆਪਣੇ ਮਨ ਦੀ ਸੰਸਾ ਨੂੰ ਦੂਰ ਕਰ। ਪਰ ਦੂਰ ਕਿਵੇਂ ਹੋਵੇ? ਕਾਗਦ ਦੇਹ ਬਿਹਾਏ। ਬਿਹਾਏ ਦਾ ਅਰਥ ਹੁੰਦਾ ਵਹਾਉਣਾ। ਜਿਹੜਾ ਕਾਗਜ਼ ਉੱਤੇ ਲਿਖੇ ਹੋਏ ਅੱਖਰ ਤੇਰੇ ਮਨ ਵਿੱਚ ਸੰਸਾ ਪੈਦਾ ਕਰਦੇ ਨੇ, ਉਸ ਕਾਗਜ਼ ਨੂੰ ਤੂੰ ਵਹਾ ਦੇ। ਸੰਸਾ ਕਾਹਦਾ ਹੈ? ਪਾਪ ਤੇ ਪੁੰਨ ਦਾ। ਇਹ ਪਾਪ ਔਰ ਪੁੰਨ ਦਾ ਜਿਹੜਾ ਸਾਡੇ ਸਾਹਮਣੇ ਚਿੱਠਾ ਲਿਖ ਕੇ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਜੇ ਤੂੰ ਆਹ ਕਰਮ ਨਹੀਂ ਕਰੇਂਗਾ ਤੇ ਤੇਰੇ ਵਾਸਤੇ ਪਾਪ ਬਣ ਜਾਏਗਾ, ਜੇ ਤੂੰ ਆਹ ਕਰਮ ਕਰੇਂਗਾ ਤੇਰੇ ਵਾਸਤੇ ਪੁੰਨ ਬਣ ਜਾਏਗਾ। ਪਰ ਜਿਹੜਾ ਅਸਲ ਦੇ ਵਿੱਚ ਸਾਨੂੰ ਮਾਨਸਿਕ ਤਲ ਤੇ ਸਮਝਾਉਣਾ ਸੀ, ਉਹ ਅਸਲ ਗੱਲ ਜਿਹੜੀ ਸੀ ਸਾਡੇ ਤੋਂ ਓਲਾ ਰੱਖ ਕੇ ਸਾਨੂੰ ਉਹ ਗੱਲ ਸਮਝਾਈ ਨਹੀਂ ਕਿ ਸਭ ਤੋਂ ਵੱਡਾ ਪੁੰਨ ਇਹ ਹੈ ਕਿ ਤੂੰ ਆਪਣਾ ਵੀ ਭਲਾ ਕਰ ਤੇ ਦੂਜਿਆਂ ਦਾ ਵੀ ਭਲਾ ਕਰ। ਤੂੰ ਆਪ ਵੀ ਜੁੜ ਜਾ ਤੇ ਦੂਜਿਆਂ ਨੂੰ ਵੀ ਜੋੜ। ਸਭ ਤੋਂ ਵੱਡਾ ਪਾਪ ਇਹ ਹੈ ਕਿ ਤੂੰ ਆਪ ਵੀ ਨਹੀਂ ਪਰਮੇਸ਼ਵਰ ਦੇ ਨਾਮ ਨਾਲ ਜੁੜਦਾ ਤੇ ਤੂੰ ਕਿਸੇ ਦੂਜੇ ਨੂੰ ਵੀ ਨਹੀਂ ਜੁੜਨ ਦਿੰਦਾ। ਤੂੰ ਆਪ ਵੀ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਕਰਦਾ ਤੇ ਤੂੰ ਦੂਜੇ ਨੂੰ ਵੀ ਨਹੀਂ ਕਰਨ ਦਿੰਦਾ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕਿਸੇ ਜੁੜੇ ਹੋਏ ਨੂੰ ਤੋੜਨਾ ਪਾਪ ਹੈ ਔਰ ਕਿਸੇ ਟੁੱਟੇ ਹੋਏ ਨੂੰ ਜੋੜਨਾ ਇਹ ਸਭ ਤੋਂ ਵੱਡਾ ਪੁੰਨ ਹੈ। ਪਰ ਸਾਨੂੰ ਤਾਂ ਸ਼ਾਸਤਰਾਂ ਦੇ ਮੁਤਾਬਕ, ਵੇਦਾਂ ਦੇ ਮੁਤਾਬਕ ਪਾਪ ਪੁੰਨ ਦੀ ਵਿਚਾਰ ਹੋਰ ਦੱਸੀ ਗਈ, ਜਿਹੜੀ ਸਿਰਫ ਸਰੀਰਕ ਤਲ ਤੱਕ ਹੀ ਸੀਮਤ ਰਹਿ ਜਾਂਦੀ ਹੈ ਕਿ ਸਰੀਰਕ ਤਲ ਤੇ ਤੁਸੀਂ ਆਹ ਕੰਮ ਕਰੋਗੇ ਇਹ ਪੁੰਨ ਹੈ, ਆਹ ਕੰਮ ਕਰੋਗੇ ਪਾਪ ਹੈ। ਪਰ ਕਬੀਰ ਜੀ ਕਹਿੰਦੇ ਨੇ ਗੱਲ ਤਨ ਦੀ ਨਹੀਂ, ਗੱਲ ਤਾਂ ਮਨ ਦੀ ਹੈ। ਪਾਪ ਔਰ ਪੁੰਨ ਦੀ ਵਿਚਾਰ ਤਾਂ ਤੁਸੀਂ ਮਨ ਕਰਕੇ ਸਮਝਣੀ ਹੈ, ਇਹਦੇ ਵਿੱਚ ਤਨ ਦਾ ਤੇ ਕੋਈ ਰੋਲ ਹੀ ਨਹੀਂ। ਕਿਉਂਕਿ ਮੈਲ ਜਿਹੜੀ ਲੱਗੀ ਹੈ ਉਹ ਮਨ ਨੂੰ ਲੱਗੀ ਹੋਈ ਹੈ, ਤਨ ਨੂੰ ਨਹੀਂ। ਜਿਹੜੇ ਵਿਕਾਰ ਲੱਗੇ ਹੋਏ ਨੇ ਉਹ ਮਨ ਨੂੰ ਲੱਗੇ ਹੋਏ ਨੇ, ਤਨ ਨੂੰ ਨਹੀਂ। ਜੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ, ਬੁਰਾਈਆਂ ਦਾ ਅਸਰ ਹੈ ਉਹ ਮਨ ਤੇ ਹੈ, ਤਨ ਤੇ ਨਹੀਂ। ਹੁਣ ਜਿੱਥੇ ਅਸਰ ਹੋਏਗਾ ਸਾਨੂੰ ਉੱਥੇ ਤੱਕ ਪਹੁੰਚ ਬਣਾਉਣੀ ਪਏਗੀ। ਜਿੱਥੇ ਪ੍ਰਭਾਵ ਪਿਆ ਹੋਇਆ ਹੈ ਸਾਨੂੰ ਉਸ ਗੱਲ ਨੂੰ, ਉਸ ਤਲ ਨੂੰ ਸਮਝਣਾ ਪਏਗਾ। ਇਸ ਲਈ ਕਹਿ ਰਹੇ ਨੇ ਕਿ ਤੁਸੀਂ ਉਸ ਵਿਚਾਰ ਨੂੰ ਨਹੀਂ ਸਮਝ ਰਹੇ, ਤੁਹਾਡੇ ਮਨ ਵਿੱਚ ਸੰਸਾ ਬਣਿਆ ਹੋਇਆ ਹੈ, ਗੱਲ ਪਾਪ ਪੁੰਨ ਦੀ ਤੇ ਨਰਕ ਸੁਰਗ ਦੀ ਚੱਲ ਰਹੀ ਹੈ। ਜਿਹੜੇ ਨਰਕ ਸੁਰਗ ਦੀ ਵਿਚਾਰ ਤੁਹਾਡੇ ਸਨਮੁਖ ਰੱਖੀ ਹੋਈ ਹੈ, ਉਸ ਮੁਤਾਬਕ ਤੇ ਦੁਨੀਆ ਦੇ ਵਿੱਚ ਕੋਈ ਵੱਖਰਾ ਨਰਕ ਨਹੀਂ ਤੇ ਕੋਈ ਵੱਖਰਾ ਸਵਰਗ ਨਹੀਂ। ਪਰ ਸਾਨੂੰ ਦੱਸਿਆ ਗਿਆ ਕਿ ਮਰਨ ਤੋਂ ਬਾਅਦ ਜਿਹੜਾ ਉਹ ਨਰਕ ਤੇ ਸਵਰਗ ਹੈ। ਪਰ ਜਦੋਂ ਅਸੀਂ ਸੱਚ ਨੂੰ ਸਮਝਦੇ ਹਾਂ ਤੇ ਪਤਾ ਲੱਗਦਾ ਹੈ ਇੱਥੇ ਹੀ ਨਰਕ ਹੈ ਤੇ ਇੱਥੇ ਹੀ ਸਵਰਗ ਹੈ। ਨਰਕ ਦਾ ਮਤਲਬ ਹੈ ਦੁੱਖ ਤੇ ਸਵਰਗ ਦਾ ਮਤਲਬ ਹੈ ਸੁੱਖ। ਕਹਿਣ ਲੱਗੇ ਇੱਥੇ ਹੀ ਸੁੱਖ ਤੇ ਇੱਥੇ ਹੀ ਦੁੱਖ ਹੈ, ਇੱਥੇ ਹੀ ਕਰਮ ਹੈ ਤੇ ਇੱਥੇ ਹੀ ਕਰਮ ਦਾ ਫਲ ਹੈ। ਤਾਂ ਹੀ ਤੇ ਭਗਤ ਜਿਨ੍ਹਾਂ ਨੂੰ ਸਮਝ ਆਈ, ਉਹ ਭਗਤ ਜਿਨ੍ਹਾਂ ਨੇ ਨਰਕ ਤੇ ਸਵਰਗ ਦੋਨੋਂ ਹੀ ਰੱਦ ਕਰ ਦਿੱਤੇ। ਉਹ ਕਹਿਣ ਲੱਗੇ ਅਸੀਂ ਨਾ ਨਰਕ ਸਮਝਣਾ ਨਾ ਸਵਰਗ ਸਮਝਣਾ, ਅਸੀਂ ਤੇ ਆਪਣੇ ਜੀਵਨ ਨੂੰ ਸਮਝ ਕੇ ਨਿਰੰਕਾਰ ਨਾਲ ਜੋੜਨਾ ਹੈ ਕਿ ਸਾਡਾ ਇਹ ਜਨਮ ਜਿਹੜਾ ਹੋਇਆ ਇਹ ਕਿਸ ਵਾਸਤੇ ਹੋਇਆ, ਅਸੀਂ ਕਾਹਦੇ ਵਾਸਤੇ ਆਏ ਹਾਂ। ਸਾਨੂੰ ਇਹੀ ਤਾਂ ਸੱਚ ਸਾਹਮਣੇ ਰੱਖ ਕੇ ਸਮਝਾਇਆ ਜਾਂਦਾ ਕਿ ਰੋਜ਼ ਤੁਸੀਂ ਬਾਣੀ ਦਾ ਅਭਿਆਸ ਕਰੋ, ਰੋਜ਼ ਪ੍ਰੈਕਟਿਸ ਕਰੋ, ਪਰ ਅਭਿਆਸ ਇਸ ਤਰ੍ਹਾਂ ਕਰਿਓ ਵੀ ਉਹਦਾ ਅਸਰ ਤੁਹਾਡੇ ਤੇ ਰਹਿ ਜਾਏ। ਅਭਿਆਸ ਤੁਸੀਂ ਕੀਤਾ ਪਰ ਉਹਦਾ ਅਸਰ ਕੋਈ ਨਾ ਦਿਖਾਈ ਦਿੱਤਾ, ਕੌਣ ਕਹੇਗਾ ਤੁਸੀਂ ਅਭਿਆਸ ਕੀਤਾ ਹੈ? ਕੋਈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ
ਤਰ੍ਹਾਂ ਤਰ੍ਹਾਂ ਦੀ ਐਕਸਰਸਾਈਜ਼ ਕਰੇ ਪਰ ਉਹਦੇ ਸਰੀਰ ਤੇ ਅਸਰ ਕੋਈ ਨਾ ਨਜ਼ਰ ਆਏ। ਤੇ ਬੰਦਾ ਕਵੇ ਵੀ ਮੈਂ ਤਾਂ ਰੋਜ਼ 2 ਘੰਟੇ ਐਕਸਰਸਾਈਜ਼ ਕਰਦਾ ਪਰ ਸਰੀਰ ਨੂੰ ਵੇਖ ਕੇ ਲੱਗਦਾ ਤੇ ਹੈ ਨਹੀਂ। ਨਾਮ ਦਾ ਅਭਿਆਸ ਬੰਦਾ ਕਹਿੰਦਾ ਮੈਂ ਰੋਜ਼ ਅਭਿਆਸ ਕਰਦਾ ਪਰ ਤੇਰੇ ਮਨ ਤੇ ਉਹਦਾ ਪ੍ਰਭਾਵ, ਉਹਦਾ ਅਸਰ ਤੇ ਦਿਖਾਈ ਨਹੀਂ ਦਿੰਦਾ। ਤੈਨੂੰ ਹਜੇ ਤੱਕ ਜੀਵਨ ਦੀ ਜਾਂਚ ਤਾਂ ਸਮਝ ਆਈ ਨਹੀਂ ਤੇ ਫਿਰ ਅਭਿਆਸ ਦਾ ਲਾਭ ਕੀ ਹੋਇਆ। ਇਸ ਲਈ ਕਹਿ ਰਹੇ ਨੇ ਕਿ ਪੜ੍ਹਨਾ ਹੋਰ ਗੱਲ ਹੈ, ਅਭਿਆਸ ਕਰਨਾ ਹੋਰ ਗੱਲ ਹੈ। ਪੜ੍ਹ ਤੇ ਰਹੇ ਹਾਂ ਪਰ ਜਿੱਦਨ ਅਭਿਆਸੀ ਬਣ ਕੇ ਅਸੀਂ ਪੜਾਂਗੇ ਸਮਝ ਆਏਗੀ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਪਾਪ ਤੇ ਪੁੰਨ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਤੇ ਮਹਾਰਾਜ ਕਹਿੰਦੇ ਆ ਇਹ ਤੇਰਾ ਕਰਮ ਇਹ ਦੱਸੇਗਾ ਵੀ ਤੂੰ ਪੁੰਨੀ ਹੈ ਕਿ ਪਾਪੀ ਹੈ, ਕਿ ਤੂੰ ਸੰਸਾਰ ਦੇ ਵਿੱਚ ਆ ਕੇ ਆਪ ਜਪੋ ਅਵਰਹ ਨਾਮ ਜਪਾਵੋ ਵਾਲੀ ਅਵਸਥਾ ਬਣਾਈ ਹੈ ਕਿ ਆਪ ਵੀ ਸਾਂਝ ਤੋੜ ਲਈ ਤੇ ਦੂਜਿਆਂ ਨੂੰ ਵੀ ਤੋੜ ਦਿੱਤਾ। ਆਪ ਵੀ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਕਰਦਾ ਤੇ ਦੂਜਿਆਂ ਨੂੰ ਵੀ ਨਹੀਂ ਕਰਨ ਦਿੰਦਾ। ਤੂੰ ਆਪ ਵੀ ਨਹੀਂ ਜੁੜਦਾ ਤੇ ਹੋਰਾਂ ਨੂੰ ਵੀ ਨਹੀਂ ਜੁੜਨ ਦਿੰਦਾ, ਭਾਵ ਆਪ ਵੀ ਸਾਂਝ ਤੋੜ ਲਈ ਦੂਜਿਆਂ ਨੂੰ ਵੀ ਤੂੰ ਤੋੜ ਦਿੱਤਾ। ਇਸ ਲਈ ਪੁੰਨੀ ਪਾਪੀ ਆਖਣ ਨਾਹੇ, ਇਹ ਆਖਣ ਦਾ ਵਿਸ਼ਾ ਨਹੀਂ ਹੈ। ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਬੀਜ ਆਪੇ ਹੀ ਖਾਓ। ਇਹ ਬੀਜਣਾ ਵੀ ਆਪ ਹੈ ਤੇ ਖਾਣਾ ਵੀ ਆਪ ਹੈ। ਇਸ ਲਈ ਜਿਹੜੀ ਵਿਚਾਰ ਸਾਡੇ ਮਨ ਵਿੱਚ ਸੰਸਾ ਪੈਦਾ ਕਰੇ, ਕਹਿੰਦੇ ਉਸ ਕਾਗਜ਼ ਨੂੰ ਰੋੜ ਦੇ ਤੂੰ। ਸਾਨੂੰ ਉਹ ਵਿਚਾਰ ਨਹੀਂ ਚਾਹੀਦੀ ਜਿਹਦੇ ਨਾਲ ਮਨ ਵਿੱਚ ਸੰਸਾ ਬਣਿਆ ਰਵੇ। ਸਾਨੂੰ ਤੇ ਉਹ ਵਿਚਾਰ, ਉਹ ਅੱਖਰ ਚਾਹੀਦੇ ਨੇ ਜਿਹਦੇ ਨਾਲ ਸਾਡੇ ਮਨ ਦੀ ਸੰਸਾ ਦੂਰ ਹੋ ਜਾਏ, ਮਨ ਦੀ ਸ਼ੰਕਾ ਜਿਹੜੀ ਹੈ ਉਹ ਖਤਮ ਹੋ ਜਾਏ। ਤਾਂ ਹੀ ਤੇ ਕਬੀਰ ਜੀ ਬੜੀ ਵੱਡੀ ਚੋਟ ਦਿੰਦੇ ਨੇ, ਕਹਿਣ ਲੱਗੇ ਮੈਂ ਐਸੇ ਗੁਰੂ ਨੂੰ ਕੀ ਕਰਨਾ ਜਿਸ ਗੁਰੂ ਦੇ ਕੋਲ ਆ ਕੇ ਮਨ ਦੀ ਸ਼ੰਕਾ ਹੀ ਦੂਰ ਨਾ ਹੋਵੇ। ਇਸ ਲਈ ਕਬੀਰ ਜੀ ਨੇ ਹਲੂਣਾ ਦਿੱਤਾ ਨਾ, ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਆਪ ਡੂਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ। ਆਪ ਵੀ ਡੁੱਬ ਗਿਆ ਤੇ ਚੇਲੇ ਵੀ ਨਾਲ ਵਹਾ ਕੇ ਰੋੜ ਕੇ ਲੈ ਗਿਆ, ਫਿਰ ਫਾਇਦਾ ਕੀ ਹੋਇਆ। ਜੋ ਤਤ ਜੋ ਸੱਚ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਹੈ ਉਹ ਪਹਿਲਾਂ ਆਪ ਸਮਝਿਆ, ਫਿਰ ਦੁਨੀਆ ਨੂੰ ਸਮਝਾਇਆ। ਅੰਮ੍ਰਿਤਮਈ ਬਾਣੀ ਦਾ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਸਾਡੇ ਸਾਹਮਣੇ ਸੋਧ ਕੇ ਵਿਚਾਰ ਕੇ ਤਤ ਜਿਹੜਾ ਸੀ ਉਹ ਰੱਖਿਆ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਹਿੰਦੇ ਟੰਡੋਲ ਕੇ ਇਹਨੂੰ ਚੰਗੀ ਤਰ੍ਹਾਂ ਪੜਚੋਲ ਕਰਕੇ ਇਹ ਤੱਤ ਤੁਹਾਡੇ ਸਾਹਮਣੇ ਰੱਖਿਆ ਕਿ ਪਰਮੇਸ਼ਵਰ ਦੇ ਨਾਮ ਤੋਂ ਉੱਚਾ ਕੁਛ ਵੀ ਨਹੀਂ ਹੈ। ਸਭ ਤੋਂ ਉੱਤਮ ਕਰਮ ਕਿਹੜਾ ਹੈ? ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਨਾ। ਨਿਰਮਲ ਕਰਮ ਵੀ ਇਹ ਹੈ, ਉੱਤਮ ਕਰਮ ਵੀ ਇਹ ਹੈ। ਪਰ ਸਾਨੂੰ ਸਰੀਰਕ ਤਲ ਤੇ ਦੱਸਿਆ ਗਿਆ ਵੀ ਆਹ ਕੰਮ ਕਰੇਗਾ ਤੇ ਪੁੰਨ ਹੈ, ਆਹ ਕਰੇਗਾ ਪਾਪ ਹੈ। ਸਾਨੂੰ ਮਨ ਦੇ ਤਲ ਤੇ ਤਾਂ ਸਮਝਾਏ, ਹੁਣ ਸ਼ੰਕਾ ਮਨ ਵਿੱਚ ਬਣੀ ਹੋਈ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ, ਕਬੀਰ ਸੰਸਾ ਦੂਰ ਕਰ। ਇਹ ਪ੍ਰਾਣੀ ਤੂੰ ਆਪਣੇ ਮਨ ਦੀ ਸੰਸਾ ਨੂੰ ਦੂਰ ਕਰ ਦੇ, ਜਿਹਦੇ ਨਾਲ ਇਹ ਸੰਸਾ ਬਣੀ ਹੋਈ ਹੈ ਨਾ, ਕਾਗਦ ਦੇ ਬਿਹਾਏ। ਉਸ ਕਾਗਦ ਨੂੰ ਹੀ ਤੂੰ ਰੋੜ ਦੇ, ਭਾਵ ਆਪਣੇ ਜੀਵਨ ਤੋਂ ਪਾਸੇ ਕਰ ਦੇ। 52 ਅੱਖਰ ਸੋਧ ਕੈ, ਜਿਹੜੇ 52 ਅੱਖਰ ਤੈਨੂੰ ਦਿੱਤੇ ਨੇ। 52 ਅੱਖਰ ਦਾ ਮਤਲਬ ਸੰਸਕ੍ਰਿਤ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ 52 ਅੱਖਰ ਆਉਂਦੇ ਨੇ। ਜਦੋਂ ਆਪਾਂ ਗੁਰਮੁਖੀ ਅੱਖਰ ਪੜ੍ਹਦੇ ਹਾਂ ਇਹਦੇ ਵਿੱਚ 35 ਅੱਖਰ ਆਉਂਦੇ ਨੇ।
ਗੁਰਮੁਖੀ ਅੱਖਰ 35 ਨੇ, ਔਰ ਜਦੋਂ ਸੰਸਕ੍ਰਿਤ ਦੇ ਵਿੱਚ ਆਪਾਂ ਪੜ੍ਹੀਏ ਉਹ 52 ਅੱਖਰ, ਤੇ ਕਬੀਰ ਜੀ ਵੇਲੇ 52 ਅੱਖਰ ਚੱਲਦੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਬੀਰ ਜੀ ਨੇ 52 ਅੱਖਰੀ ਦਾ ਵੀ ਉਚਾਰਨ ਕੀਤਾ ਹੈ। 52 ਅੱਖਰਾਂ ਦੀ ਜਿਹੜੀ ਵਿਚਾਰ ਹੈ ਉਹ ਸਾਨੂੰ ਕਬੀਰ ਜੀ ਦੀ ਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ। ਕਹਿੰਦੇ ਜਿਹੜੇ ਤੈਨੂੰ ਇਹ ਅੱਖਰ ਦਿੱਤੇ ਗਏ ਨੇ ਨਾ, ਜਿਹਦੇ ਵਿੱਚ ਤੈਨੂੰ ਵਿਚਾਰ ਦੱਸੀ ਜਾ ਰਹੀ ਹੈ ਇਹ ਪਾਪ ਦੀ ਤੇ ਪੁੰਨ ਦੀ, ਇਹਨੂੰ ਸੁਣ ਕੇ ਚੱਲ ਨਾ ਪੈ, ਇਹਨੂੰ ਸੁਣ ਕੇ ਸੋਧ। ਇਹਨੂੰ ਸੋਧ ਦਾ ਮਤਲਬ ਇਹਨੂੰ ਵਿਚਾਰ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਗਲਤ ਹੈ। ਕਿ ਪਰਮੇਸ਼ਵਰ ਦੇ ਨਾਮ ਦੇ ਅਭਿਆਸੀ ਬਣਨ ਦੀ ਲੋੜ ਨਹੀਂ, ਕਿਉਂਕਿ ਇੱਕ ਸਮਾਂ ਸੀ ਐਸਾ ਕਿ ਨਾ ਤੁਸੀਂ ਵੇਦ ਪੜ੍ਹ ਸਕਦੇ ਹੋ, ਨਾ ਸੁਣ ਸਕਦੇ ਹੋ, ਨਾ ਤੁਸੀਂ ਸ਼ਾਸਤਰਾਂ ਦੀ ਵਿਚਾਰ ਸਮਝ ਸਕਦੇ ਹੋ ਤੇ ਨਾ ਸੁਣ ਸਕਦੇ ਹੋ। ਤੇ ਜੇ ਕੋਈ ਸੁਣ ਲੈਂਦਾ ਹੈ, ਕਿਉਂਕਿ ਉਹ ਕਹਿੰਦੇ ਸੀ ਇਹ ਤਾਂ ਸਿਰਫ ਬ੍ਰਾਹਮਣ ਦੇ ਹਿੱਸੇ ਆਇਆ ਹੈ, ਇਹ ਧਰਮ ਗ੍ਰੰਥ ਜਿਹੜੇ ਨੇ ਇਹ ਤਾਂ ਉੱਚੀ ਜਾਤੀ ਦੇ ਹਿੱਸੇ ਆਏ ਨੇ। ਜੇ ਕੋਈ ਨੀਵੀਂ ਜਾਤ ਵਾਲਾ ਸੁਣ ਲਏਗਾ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏਗਾ ਤਾਂ ਕਿ ਕੋਈ ਹੋਰ ਨੀਵੀਂ ਜਾਤ ਵਾਲਾ ਹਿੰਮਤ ਨਾ ਕਰੇ। ਉਹਦਾ ਕਾਰਨ ਇਹ ਸੀ ਕਿ ਜੋ ਅਸੀਂ ਦੱਸ ਰਹੇ ਹਾਂ ਉਹ ਕਿਸੇ ਨੂੰ ਸਮਝ ਨਾ ਆ ਜਾਏ। ਜੋ ਇਹਦੇ ਵਿੱਚ ਸੱਚ ਲਿਖਿਆ ਹੋਇਆ ਉਹ ਦੁਨੀਆ ਨੂੰ ਸਮਝ ਨਾ ਆ ਜਾਏ, ਜੋ ਅਸੀਂ ਸਮਝਾ ਰਹੇ ਹਾਂ ਉਹ ਦੁਨੀਆ ਨੂੰ ਸਮਝ ਆਏ। ਕਿਉਂ? ਕਿਉਂਕਿ ਉਹ ਭਰਮ ਪਾ ਕੇ ਰੱਖਣਾ ਚਾਹੁੰਦਾ ਹੈ, ਉਹ ਸੰਸਾ ਬਣਾ ਕੇ ਰੱਖਣਾ ਚਾਹੁੰਦਾ ਹੈ ਵੀ ਲੋਕ ਸ਼ੰਕਾ ਵਿੱਚ ਪਏ ਰਹਿਣ, ਭਰਮ ਵਿੱਚ ਪਏ ਰਹਿਣ, ਅਸੀਂ ਜਿੱਦਾਂ ਕਹੀਏ ਉਦਾਂ ਕਰੀ ਜਾਣ। ਬੜੇ ਤਰ੍ਹਾਂ ਦਾ ਭਰਮ ਸਾਡੇ ਸਾਹਮਣੇ ਜਿਹੜਾ ਬਣਾ ਕੇ ਰੱਖ ਦਿੱਤਾ ਗਿਆ ਕਿ ਜੇ ਤੁਸੀਂ ਸੋਮਵਾਰ ਨੂੰ ਆਹ ਕੰਮ ਨਹੀਂ ਕਰੋਗੇ ਤੇ ਤੁਹਾਡਾ ਨੁਕਸਾਨ ਹੋਏਗਾ, ਜੇ ਤੁਸੀਂ ਮੰਗਲਵਾਰ ਆਹ ਕੰਮ ਨਹੀਂ ਕਰੋਗੇ ਤੇ ਤੁਹਾਡਾ ਨੁਕਸਾਨ ਹੋਏਗਾ। ਜੇ ਬੁੱਧਵਾਰ 7 ਦੇ 7 ਵਾਰ ਜਿਹੜੇ ਸੀ ਸਾਡੇ ਮਨ ਵਿੱਚ ਭਰਮ ਪਾ ਦਿੱਤਾ ਕਿ ਜੇ ਸ਼ਨੀਵਾਰ ਨੂੰ ਤੁਸੀਂ ਫਲਾਣੇ ਦੀ ਪੂਜਾ ਨਹੀਂ ਕਰੋਗੇ ਤੇ ਤੁਹਾਡਾ ਜਿਹੜਾ ਇਹ ਦਿਨ ਚੰਗਾ ਨਹੀਂ ਹੋਏਗਾ। ਪਹਿਲੇ ਆਖਿਆ ਵੀ ਪਹਿਲੇ ਤੁਹਾਡਾ ਜੀਵਨ ਅੱਜ ਦਾ ਦਿਨ ਬੜਾ ਮਾੜਾ ਹੈ। ਅਸੀਂ ਡਰ ਗਏ ਵੀ ਅੱਜ ਦਿਨ ਬੜਾ ਮਾੜਾ, ਕੀ ਬਣੇਗਾ? ਨਾਲ ਹੀ ਉਹਦਾ ਹੱਲ ਵੀ ਦੱਸ ਦਿੱਤਾ ਵੀ ਜੇ ਆਹ ਉਪਾਅ ਕਰ ਦਿਓਗੇ ਤੇ ਦਿਨ ਚੰਗਾ ਹੋ ਜਾਏਗਾ। ਕਿ ਜੇ ਸਾਡਾ ਕਿਸੇ ਥਾਂ ਤੇ ਤੇਲ ਚੜਾਉਣ ਦੇ ਨਾਲ ਜਾਂ ਕਿਸੇ ਥਾਂ ਤੇ ਕੋਈ ਜਾ ਕੇ ਨਾਰੀਅਲ ਰੱਖਣ ਨਾਲ, ਧਾਗਾ ਬੰਨਣ ਨਾਲ ਦਿਨ ਚੰਗਾ ਹੋ ਜਾਂਦਾ ਹੈ, ਫਿਰ ਤੇ ਸਾਰਿਆਂ ਦੇ ਦਿਨ ਚੰਗੇ ਹੋ ਜਾਣੇ ਚਾਹੀਦੇ ਆ। ਆ ਇੱਕ ਸੱਜਣ ਦੱਸ ਰਿਹਾ ਸੀ, ਕਹਿੰਦੇ ਉਹ ਜਦੋਂ ਮਾਹੌਲ ਖਰਾਬ ਹੋਇਆ ਨਾ ਇਹ ਮਹਾਮਾਰੀ ਦਾ, ਲਾਕਡਾਊਨ ਜਦੋਂ ਹੋਇਆ ਉਸ ਤੋਂ ਮਹੀਨਾ ਪਹਿਲਾਂ ਉਹ ਕਿਸੇ ਜੋਤਸ਼ੀ ਕੋਲ ਜਾ ਕੇ ਆਇਆ ਸੀ। ਜਦੋਂ ਮਾਹੌਲ ਬਿਲਕੁਲ ਠੀਕ ਠਾਕ ਸੀ ਉਸ ਤੋਂ ਮਹੀਨਾ ਖਰਾਬ ਹੋਣ ਤੋਂ ਮਹੀਨਾ ਪਹਿਲਾਂ ਜਾ ਕੇ ਆਇਆ। ਉਹਨੇ ਉਹਦਾ ਹੱਥ ਦੇਖ ਕੇ ਆਖਿਆ ਸੀ ਕਿ ਤੂੰ ਬੜਾ ਸੁੱਖ ਭੋਗੇਗਾ, ਆਰਾਮ ਨਾਲ ਬੈਠ ਕੇ ਖਾਏਗਾ। ਉਹ ਕਹਿੰਦਾ ਮਹੀਨਾ ਹੋ ਗਿਆ ਮੈਂ ਆਰਾਮ ਨਾਲ ਬੈਠ ਕੇ ਹੀ ਖਾ ਰਿਹਾ। ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਜਿਹਨੇ ਦੱਸਿਆ ਸੀ ਉਹਨੇ ਇਸ ਢੰਗ ਨਾਲ ਦੱਸਣਾ ਸੀ ਕਿ ਇਸ ਤਰ੍ਹਾਂ ਆਰਾਮ ਨਾਲ ਬੈਠ ਕੇ, ਇਹਦੇ ਨਾਲੋਂ ਤੇ ਨਾ ਹੀ ਮੈਂ ਬੈਠਦਾ ਚੰਗਾ। ਕਹਿਣ ਤੋਂ ਭਾਵ ਕਿ ਜਿਸ ਤਰ੍ਹਾਂ ਦਾ ਭਰਮ ਜਾਲ ਸਾਡੇ ਅੱਗੇ ਵਿਛਾ ਦਿੱਤਾ, ਅਸੀਂ ਉਸ ਜਾਲ ਵਿੱਚ ਫਸ ਗਏ। ਕਬੀਰ ਜੀ ਨੇ ਇਹ ਆਪਣੇ ਸਮੇਂ ਵਿੱਚ ਬੜੀ ਕ੍ਰਾਂਤੀ ਲਿਆਂਦੀ, ਬੜੀ ਜਾਗਰਤਾ ਲਿਆਂਦੀ। ਕਬੀਰ ਜੀ ਨੇ ਕਹਿਣ ਲੱਗੇ ਐਵੇਂ ਭਰਮ ਵਿੱਚ ਨਾ ਪਾਓ, ਨਿਤ ਉੱਠ ਕੇ ਉਹਦੇ ਨਾਮ ਦਾ ਸਿਮਰਨ ਕਰਿਆ ਕਰੋ, ਹਰ ਵੇਲੇ ਉਸ ਰੱਬ ਨੂੰ ਚੇਤੇ ਰੱਖਿਆ ਕਰੋ, ਉਸ ਮਾਲਕ ਨੂੰ ਯਾਦ ਰੱਖਿਆ ਕਰੋ, ਕਿਉਂਕਿ ਜਿਹੜੀ ਬਖਸ਼ਿਸ਼ ਵਰਤਾਉਣੀ ਹੈ ਉਸ ਮਾਲਕ ਨੇ ਵਰਤਾਉਣੀ ਹੈ। ਹੁਣ ਕਬੀਰ ਜੀ ਕਹਿੰਦੇ ਆ ਉਸ ਕਾਗਜ਼ ਨੂੰ ਤੂੰ ਵਹਾ ਦੇ, ਭਾਵ ਉਹਦੇ ਤੋਂ ਆਪਣੇ ਜੀਵਨ ਨੂੰ ਅਲੱਗ ਕਰ, ਤੇ ਜੋ ਤੈਨੂੰ 52 ਅੱਖਰ ਦਿੱਤੇ ਨੇ ਉਹਨੂੰ ਸੋਧ, ਉਹਨੂੰ ਵਿਚਾਰ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ। ਗੁਰਬਾਣੀ ਵਿੱਚ ਪੜ੍ਹਦੇ ਆ, ਮਹਾਰਾਜ ਕਹਿੰਦੇ ਸੋਧਤ ਸੋਧਤ ਸੋਧ ਤਤ ਵਿਚਾਰਿਆ।
ਸੋਧ ਸੋਧ ਕੇ, ਪੜਚੋਲ ਕੇ, ਖੋਜ ਕਰ ਕਰਕੇ, ਸਰਚ ਕਰ ਕਰਕੇ ਜੋ ਤੱਤ ਸਾਹਮਣੇ ਆਇਆ ਉਹਨੂੰ ਵਿਚਾਰਿਆ। ਜਦੋਂ ਉਹਨੂੰ ਵਿਚਾਰਿਆ ਤੇ ਗੱਲ ਸਮਝ ਆਈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸੁੱਖ ਹੈ ਹੀ ਨਹੀਂ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਦੁੱਖ ਕੱਟਿਆ ਹੀ ਨਹੀਂ ਜਾ ਸਕਦਾ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਸਾਡੇ ਜੀਵਨ ਦੇ ਅੰਦਰ ਜੰਮਣ ਮਰਨ ਆਵਾਗਮਨ ਮੁੱਕ ਹੀ ਨਹੀਂ ਸਕਦਾ। ਸਾਨੂੰ ਮੁਕਤੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਮਿਲ ਹੀ ਨਹੀਂ ਸਕਦੀ। ਪਰ ਸਾਨੂੰ ਤੇ ਇਹ ਭਰਮ ਜਾਲ ਵਿਛਾ ਕੇ ਬੜਾ ਕੁਝ ਦੱਸਿਆ ਗਿਆ ਕਿ ਜੇ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ ਤੇ ਫਲਾਣੇ ਥਾਂ ਤੇ ਆਹ ਦਾਨ ਕਰ ਆਓ, ਤੁਸੀਂ ਮੁਕਤ ਹੋ ਜਾਓਗੇ। ਜਾਂ ਕੋਈ ਪ੍ਰਾਣੀ ਸਰੀਰ ਛੱਡ ਗਿਆ, ਉਹਦੇ ਤੋਂ ਬਾਅਦ ਉਹਦਾ ਪਰਿਵਾਰ ਫਲਾਣੀ ਥਾਂ ਤੇ ਜਾ ਕੇ ਆਹ ਚੀਜ਼ਾਂ ਜੇ ਦਾਨ ਕਰ ਆਏਗਾ ਤੇ ਪ੍ਰਾਣੀ ਦੀ ਮੁਕਤੀ ਹੋ ਜਾਏ। ਫਿਰ ਕੰਮ ਬਹੁਤ ਹੀ ਸੌਖਾ ਹੈ ਕਿ ਜੇ ਆਪਾਂ ਵੀ ਕੁਝ ਨਾ ਕਰੀਏ, ਮਰਨ ਤੋਂ ਬਾਅਦ ਸਾਡਾ ਪਰਿਵਾਰ ਸਾਡੇ ਨਾਮ ਤੇ ਬੜਾ ਕੁਝ ਦਾਨ ਕਰ ਦੇਵੇ, ਚਲੋ ਆਸ ਤੇ ਹੈ ਨਾ ਵੀ ਮੁਕਤ ਹੋ ਜਾਾਂਗੇ, ਵੀ ਮੁਕਤੀ ਮਿਲ ਜਾਏਗੀ। ਜੇ ਮੈਂ ਨਾ ਆਪਣੇ ਜੀਵਨ ਵਿੱਚ ਮੁਕਤੀ ਹਾਸਲ ਕੀਤੀ, ਮਰਨ ਤੋਂ ਬਾਅਦ ਮੇਰਾ ਪਰਿਵਾਰ ਤੇ ਦਵਾਈ ਦੇਗਾ। ਇਹ ਮਨ ਵਿੱਚ ਐਸਾ ਭਰਮ ਪੈਦਾ ਕਰ ਦੇ। ਇਹਦਾ ਸਿੱਧਾ ਹੀ ਸਪਸ਼ਟ ਹੋ ਗਿਆ ਕਿ ਤੁਹਾਨੂੰ ਨਾਮ ਜਪਣ ਦੀ ਲੋੜ ਨਹੀਂ, ਤੁਹਾਨੂੰ ਪਰਮੇਸ਼ਵਰ ਨਾਲ ਜੁੜਨ ਦੀ ਲੋੜ ਨਹੀਂ, ਰੱਬ ਨਾਲ ਜੁੜਨ ਦੀ ਲੋੜ ਨਹੀਂ। ਬਸ ਜਿਵੇਂ ਅਸੀਂ ਕਹਿੰਦੇ ਆ ਉਸ ਤਰ੍ਹਾਂ ਕਰੋ। ਪਰ ਮਹਾਰਾਜ ਕਹਿੰਦੇ ਨਹੀਂ, ਸੋਧਤ ਸੋਧਤ ਸੋਧ ਤਤ ਵਿਚਾਰਿਆ। ਸੋਧ ਸੋਧ ਕੇ ਤਤ ਨੂੰ ਵਿਚਾਰਿਆ ਗਿਆ ਵੀ ਅਸਲ ਸੱਚ ਕੀ ਹੈ, ਤੇ ਸਮਝ ਆਈ ਅਸਲ ਸੱਚ ਇਹ ਹੈ ਕਿ ਨਾਮ ਬਿਨਾ ਸੁਖ ਨਾਹੀਂ। ਪਰਮੇਸ਼ਵਰ ਦੇ ਨਾਮ ਤੋਂ ਬਿਨਾ ਤਾਂ ਸੁਖ ਹੈ ਹੀ ਨਹੀਂ। ਸਰ ਪਰ ਹਾਰਿਆ, ਤੂੰ ਆਪਣੀ ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਦੋ ਕਹਿੰਦੇ ਇਹਦੇ ਵਿੱਚ ਕੋਈ ਬੱਤ ਭੇਦ ਨਹੀਂ, ਸ਼ੰਕਾ ਨਹੀਂ, ਦੁਬਿਧਾ ਨਹੀਂ। ਨਾਮ ਤੋਂ ਬਿਨਾ ਤੂੰ ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਪਰਮੇਸ਼ਵਰ ਦੇ ਨਾਮ ਦਾ ਅਭਿਆਸ ਜਿਹੜਾ ਹੈ ਉਹ ਜ਼ਰੂਰੀ ਹੈ, ਕਿਉਂਕਿ ਸਾਹਿਬ ਜੀ ਕਹਿੰਦੇ ਵੇਦ ਵੀ ਪੜਚੋਲ ਕੀਤੇ ਹੈ, ਸ਼ਾਸਤਰ ਵੀ, ਉਹਨਾਂ ਦੀ ਵੀ ਪੜਚੋਲ ਵਿਚਾਰ ਕੀਤੀ ਹੈ, ਤਾਂ ਜਾ ਕੇ ਤਤ ਸਮਝ ਵਿੱਚ ਆਇਆ ਕਿ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪਰਮੇਸ਼ਵਰ ਦਾ ਨਾਮ ਅਮੋਲਕ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਤੂੰ ਇਹ ਜਿਹੜੇ 52 ਅੱਖਰ ਤੈਨੂੰ ਦਿੱਤੇ ਗਏ ਨੇ, ਇਹਨੂੰ ਸੋਧ, ਇਹਨੂੰ ਵਿਚਾਰ। ਜਦੋਂ ਤੂੰ ਇਹਨੂੰ ਸੋਚ ਵਿਚਾਰੇਂਗਾ, ਜਦੋਂ ਤੂੰ ਇਹਦੀ ਸੋਧ ਕਰੇਂਗਾ, ਫਿਰ ਤੈਨੂੰ ਜਿਹੜਾ ਉਹ ਗੱਲ ਜਿਹੜੀ ਸਮਝ ਵਿੱਚ ਆਏਗੀ ਤੇ ਤੇਰਾ ਚਿੱਤ ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗੇਗਾ। ਫਿਰ ਸਮਝ ਲੈਣਾ, ਕਬੀਰ ਸੰਸਾਹ ਦੂਰ ਕਰ, ਕਾਗਦ ਦੇਹ ਬਿਹਾਏ। ਜੇ ਤੂੰ ਆਪਣੇ ਮਨ ਦੀ ਸੰਸਾ ਨੂੰ ਦੂਰ ਕਰਨਾ ਹੈ, ਜਿਹੜਾ ਆ ਕਰਮ ਕਾਂਡ ਤੇਰੇ ਅੱਗੇ ਰੱਖਿਆ ਗਿਆ ਲਿਖ ਕੇ, ਉਸ ਕਾਗਜ਼ ਨੂੰ ਪਾਸੇ ਕਰ ਦੇ। 52 ਅੱਖਰ ਜਿਹੜੇ ਤੈਨੂੰ ਦਿੱਤੇ ਗਏ ਨੇ, ਸੋਧ ਕਹਿ, ਉਹਨੂੰ ਸੋਧ, ਉਹਨੂੰ ਵਿਚਾਰ। ਤੇ ਜਦੋਂ ਤੂੰ ਉਹਨੂੰ ਸੋਧੇਂਗਾ, ਹਰ ਚਰਨੀ ਚਿਤ ਲਾਏ, ਤਾਂ ਤੇਰਾ ਚਿੱਤ ਹਰੀ ਦੇ ਚਰਨਾਂ ਨਾਲ ਲੱਗਣਾ ਹੈ, ਤਾਂ ਤੇਰਾ ਚਿੱਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗਣਾ ਹੈ। ਤੇ ਜੇ ਚਿੱਤ ਤੇਰਾ ਵਾਹਿਗੁਰੂ ਦੇ ਚਰਨਾਂ ਨਾਲ ਲੱਗਾ ਹੀ ਨਾ, ਤੇ ਫਿਰ ਸੁੱਖ ਕਿੱਥੋਂ ਮਿਲੇਗਾ? ਸੁੱਖ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਪ੍ਰਾਪਤ ਹੋਣਾ ਹੈ। ਹੁਣ ਸਾਨੂੰ ਕੋਈ ਕਹੇ ਕਿ ਤੈਨੂੰ ਪਾਠ ਕਰਨ ਦੀ ਲੋੜ ਨਹੀਂ, ਬਾਣੀ ਪੜ੍ਹਨ ਸੁਣਨ ਦੀ ਲੋੜ ਨਹੀਂ, ਤੈਨੂੰ ਸਤ ਸੰਗਤ ਕਰਨ ਦੀ ਲੋੜ ਨਹੀਂ, ਬਸ ਜਿਵੇਂ ਤੈਨੂੰ ਕਿਹਾ ਜਾਂਦਾ ਹੈ ਤੂੰ ਉਵੇਂ ਹੀ ਕਰ, ਪਰ ਤੈਨੂੰ ਬਾਣੀ ਸੁਣਨ ਦੀ, ਪੜ੍ਹਨ ਦੀ, ਸੰਗਤ ਕਰਨ ਦੀ ਲੋੜ ਨਹੀਂ, ਤਾਂ ਫਿਰ ਗੁਰੂ ਸਾਹਿਬ ਕਹਿੰਦੇ ਤੂੰ ਫਿਰ ਚਰਨੀ ਕਿਵੇਂ ਲੱਗੇਗਾ? ਚਰਨੀ ਤਾਂ ਹੀ ਲੱਗੇਗਾ ਜੇ ਤੂੰ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ। ਜਦੋਂ ਬਾਣੀ ਨੂੰ ਵਿਚਾਰੇਗਾ, ਸਮਝੇਗਾ, ਤਾਂ ਹੀ ਤੇਰਾ ਚਿੱਤ ਚਰਨੀ, ਜੇ ਚਰਨੀ ਲੱਗੇਗਾ ਤਾਂ ਹੀ ਤੂੰ ਸੁੱਖ ਪਾਏਗਾ। ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ, ਪਾਇਆ ਜੈ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਕਿਰਪਾ ਵੀ ਪ੍ਰਭੂ ਤਾਂ ਹੀ ਕਰੇਗਾ ਤੇ ਮੇਲਾ ਵੀ ਤਾਂ ਹੀ ਹੋਏਗਾ ਜਿਹੜਾ ਤੇਰਾ ਚਿੱਤ ਚਰਨਾਂ ਵਿੱਚ ਲੱਗੇਗਾ।
ਹੁਣ ਸਾਡਾ ਚਿੱਤ ਜਿਹੜਾ ਸੀ ਉਹ ਤਾਂ ਦੁਨੀਆ ਵਿੱਚ ਕਰਮ ਕਾਂਡ ਜਿਹੜੇ ਦਿਖਾ ਕੇ ਉਹਨਾਂ ਪਾਸੇ ਸਾਡਾ ਚਿੱਤ ਜੋੜਿਆ ਗਿਆ, ਚਿੱਤ ਨਿਰੰਕਾਰ ਨਾਲ ਤਾਂ ਜੁੜਨ ਹੀ ਨਹੀਂ ਦਿੱਤਾ। ਇਸ ਲਈ ਕਹਿ ਰਹੇ ਨੇ ਕਿ ਸੋਧ ਦਾ ਅਰਥ ਹੁੰਦਾ ਇਹਦੀ ਵਿਚਾਰ ਕਰ, ਸੁਧਾਈ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜੇ ਗੁਰਬਾਣੀ ਦਾ ਪਾਠ ਕਰਦੇ ਨੇ, ਸਹਿਜ ਪਾਠ ਕਰਦੇ ਨੇ, ਬਾਣੀ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਗੁਰਬਾਣੀ ਵਿੱਚ ਕਿਤੇ ਕਿਤੇ ਸ਼ੁੱਧ ਔਰ ਸ਼ੁੱਧ ਕੀਚੇ ਅਖੀਰ ਤੇ ਲਿਖਿਆ ਹੁੰਦਾ ਹੈ। ਉਹ ਸ਼ੁੱਧ ਦਾ ਮਤਲਬ ਕੀ ਹੁੰਦਾ ਵੀ ਇਹਦੀ ਸੁਧਾਈ ਕੀਤੀ ਗਈ ਹੈ। ਸ਼ੁੱਧ ਕੀਚੇ ਦਾ ਮਤਲਬ ਹੁੰਦਾ ਵੀ ਇਹਦੀ ਸੁਧਾਈ ਕਰਕੇ ਲਿਖਿਆ ਗਿਆ। ਇਹ ਜੋ ਬਾਣੀ ਲਿਖੀ ਹੈ ਇਹਦੀ ਸੁਧਾਈ ਕਰਕੇ ਲਿਖੀ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ। ਇਹਦੇ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਮਿਲਾਵਟ ਹੈ, ਕਿਉਂਕਿ ਇਹਨੂੰ ਸੋਧ ਕੇ ਲਿਖਿਆ ਗਿਆ। ਕਿਉਂ ਸੋਧਿਆ ਗਿਆ? ਕਿਉਂਕਿ ਬਾਣੀ ਵਿੱਚ ਰਲਾ ਹੋਣ ਲੱਗ ਪਿਆ, ਬਾਣੀ ਵਿੱਚ ਮਿਲਾਵਟ ਹੋਣ ਲੱਗ ਪਈ। ਤੇ ਮਿਲਾਵਟ ਕਰਨ ਵਾਲਾ ਕੌਣ ਸੀ? ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ। ਗੁਰਬਾਣੀ ਦੀ ਰਚਨਾ ਕਰਕੇ ਤੇ ਮੋਹਰ ਗੁਰੂ ਨਾਨਕ ਸਾਹਿਬ ਜੀ ਦੀ ਲਾ ਕੇ ਦੁਨੀਆ ਨੂੰ ਦੱਸਣ ਲੱਗ ਪਿਆ ਵੀ ਆਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਹੈ। ਪਰ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਇਹ ਬਾਣੀ ਆਈ, ਸਾਹਿਬ ਨੇ ਆਖਿਆ ਖਸਮ ਦੀ ਬਾਣੀ ਹੈ ਹੀ ਨਹੀਂ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਉਹ ਬਾਣੀ ਨਹੀਂ ਹੈ, ਇਹਦੇ ਵਿੱਚ ਮਿਲਾਵਟ ਹੈ। ਹੁਣ ਇਹਨੂੰ ਸੋਧਣਾ ਪਏਗਾ, ਇਹਨੂੰ ਸੋਧ ਕੇ ਇਹਨੂੰ ਸ਼ੁੱਧ ਕਰਕੇ ਇਸ ਬਾਣੀ ਨੂੰ ਇਕੱਤਰ ਕਰਨਾ ਪਏਗਾ ਔਰ ਇਸ ਢੰਗ ਦੇ ਨਾਲ ਇਹਦੀ ਰੂਪ ਰੇਖਾ ਬਣਾਈ ਕਿ ਕੋਈ ਇਹਦੇ ਵਿੱਚ ਮਿਲਾਵਟ ਨਾ ਕਰ ਸਕੇ, ਕੋਈ ਇਹਦੇ ਵਿੱਚ ਰਲਾ ਨਾ ਕਰ ਸਕੇ। ਨਹੀਂ ਤਾਂ ਸਮੇਂ ਨਾਲ ਸ਼ਰਾਰਤੀ ਅੰਸਰ ਬਹੁਤ ਪੈਦਾ ਹੋਏ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਗੁਰਬਾਣੀ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਕੀਤੀ ਜਾ ਸਕੇ। ਪਰ ਗੁਰੂ ਸਾਹਿਬ ਨੇ ਬਣਤਰ ਹੀ ਇੰਨੇ ਇਸ ਕਮਾਲ ਦੀ ਕੀਤੀ ਹੈ ਵੀ ਕੀਤੀ ਨਹੀਂ ਜਾ ਸਕਦੀ ਮਿਲਾਵਟ। ਹਾਲਾਂਕਿ ਇਤਿਹਾਸ ਨੂੰ ਬੜਾ ਬਦਲਿਆ ਗਿਆ, ਬੜਾ ਉਹਦੇ ਵਿੱਚ ਵਾਧ ਘਾਟ ਜਿਹੜੀ ਆ ਉਹ ਕੀਤੀ ਗਈ ਸਾਡੇ ਵਿੱਚ ਭਰਮ ਪੈਦਾ ਕਰਨ ਵਾਸਤੇ। ਉਹ ਕਰ ਸਕਦੇ ਸੀ, ਉਹਨਾਂ ਨੇ ਕਰ ਦਿੱਤੀ, ਪਰ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਦੇ। ਸਤਿਗੁਰੂ ਨੇ ਰਾਗ ਦੀ ਬਣਤਰ, ਸ਼ਬਦਾਂ ਦਾ ਜੋੜ ਇੰਨੇ ਕਮਾਲ ਦਾ ਕੀਤਾ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ ਜੋ ਤੇਰੇ ਸਾਹਮਣੇ ਰੱਖਿਆ ਗਿਆ ਉਹ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ। ਤੂੰ ਉਹਨੂੰ ਚੰਗੀ ਤਰ੍ਹਾਂ ਸੋਧ, ਚੰਗੀ ਤਰ੍ਹਾਂ ਉਹਨੂੰ ਵਿਚਾਰ। ਹੁਣ ਸਾਨੂੰ ਪਤਾ ਲੱਗੇ ਵੀ ਕੋਈ ਖਾਣ ਵਾਲਾ ਪਦਾਰਥ ਜਿਹੜਾ ਹੈ ਇਹਦੇ ਵਿੱਚ ਜ਼ਹਿਰ ਮਿਲੀ ਹੈ ਤੇ ਤੁਸੀਂ ਖਾ ਲਓਗੇ। ਜਿੰਨਾ ਚਿਰ ਨਹੀਂ ਸੀ ਪਤਾ ਅਸੀਂ ਉਨਾ ਚਿਰ ਖਾ ਰਹੇ ਸੀ, ਪਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਤੁਸੀਂ ਕੀ ਕਰੋਗੇ? ਚੰਗੀ ਤਰ੍ਹਾਂ ਉਹਦੀ ਪੜਚੋਲ ਕਰੋਗੇ, ਚੰਗੀ ਤਰ੍ਹਾਂ ਤੁਸੀਂ ਉਹਨੂੰ ਜਿਹੜਾ ਸੋਧੋਗੇ, ਵਿਚਾਰੋਗੇ, ਪਰਖੋਗੇ ਕਿ ਵਾਕਈ ਇਹਦੇ ਵਿੱਚ ਜ਼ਹਿਰ ਤਾਂ ਨਹੀਂ। ਚੰਗੀ ਤਰ੍ਹਾਂ ਉਹਨੂੰ ਪਰਖ ਕੇ, ਘੋਖ ਕੇ ਤੁਸੀਂ ਉਸ ਪਦਾਰਥ ਨੂੰ ਲਓਗੇ ਤੇ ਖਾਓਗੇ। ਕਿਉਂਕਿ ਜਿੰਨਾ ਚਿਰ ਨਹੀਂ ਸੀ ਪਤਾ ਫਿਰ ਉਹਨੂੰ ਪੜਚੋਲ ਕਰਨ ਦੀ ਲੋੜ ਹੀ ਨਹੀਂ, ਉਹਨੂੰ ਪਰਖ ਕਰਨ ਦੀ ਲੋੜ ਹੀ ਨਹੀਂ ਪਈ। ਜਿਵੇਂ ਆਇਆ ਖਾ ਗਏ, ਪਰ ਹੁਣ ਪਤਾ ਲੱਗਾ ਵੀ ਨਹੀਂ ਇਹਦੇ ਵਿੱਚ ਤਾਂ ਜ਼ਹਿਰ ਵੀ ਹੈ। ਸਭ ਕਹਿੰਦੇ ਜੋ ਤੁਹਾਡੇ ਸਾਹਮਣੇ ਰੱਖਿਆ ਜ਼ਰੂਰੀ ਨਹੀਂ ਕਿ ਉਹ ਸੱਚ ਹੈ। ਜੈਸਾ ਮੰਨੀਏ ਹੋਏ ਨਾ ਤੈਸਾ, ਜਿੱਦਾਂ ਦਾ ਤੁਸੀਂ ਮੰਨ ਰਹੇ ਹੋ ਜ਼ਰੂਰੀ ਨਹੀਂ ਕਿ ਵੈਸਾ ਹੀ ਹੋਣਾ ਚਾਹੀਦਾ ਹੈ। ਔਰ ਜੋ ਤੁਹਾਡਾ ਮਨ ਨਹੀਂ ਮੰਨ ਰਿਹਾ ਉਹੀ ਸੰਸਾਰ ਦੇ ਵਿੱਚ ਉਹ ਸੱਚ ਹੈ, ਪਰ ਤੁਹਾਡਾ ਮਨ ਉਹਨੂੰ ਮੰਨ ਨਹੀਂ ਰਿਹਾ ਕਿਉਂਕਿ ਉਹ ਝੂਠ ਦਾ ਆਦੀ ਹੋ ਚੁੱਕਾ ਹੈ। ਅਸੀਂ ਕਰਮ ਕਾਂਡਾਂ ਦੇ ਆਦੀ ਹੋ ਚੁੱਕੇ ਹਾਂ, ਇਸ ਲਈ ਕਰਮ ਕਾਂਡ ਤੋਂ ਉੱਪਰ ਉੱਠ ਕੇ ਕੇਵਲ ਪਰਮੇਸ਼ਵਰ ਦੇ ਨਾਮ ਦੇ ਅਭਿਆਸੀ ਬਣਨਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਹਾਂ ਵੀ ਇਹ ਕੰਮ ਔਖਾ ਲੱਗਦਾ ਹੈ, ਬਸ ਸਾਨੂੰ ਇਹ ਦੱਸੋ ਵੀ ਫਲਾਣੀ ਥਾਂ ਤੇ ਕੀ ਰੱਖ ਕੇ ਆਉਣਾ, ਕਿੱਥੇ ਨਰੇਲ ਰੱਖ ਕੇ ਆਉਣਾ ਤੇ ਕਿੱਥੇ ਧਾਗਾ ਬੰਨ੍ਹ ਕੇ ਆਉਣਾ, ਇਹ ਕੰਮ ਸੌਖਾ ਹੈ। ਪਰ ਜੇ ਤੁਸੀਂ ਕਹੋ ਵੀ ਪਰਮੇਸ਼ਵਰ ਦਾ ਨਾਮ ਤੇ ਆਉਣਾ, ਇਹ ਔਖਾ ਹੈ, ਕਿਉਂਕਿ ਸਾਨੂੰ ਆਦਤ ਹੀ ਇਦਾਂ ਦੀ ਪਾ ਦਿੱਤੀ। ਸਾਡੀ ਹੁਣ ਆਦਤ ਹੀ ਇਦਾਂ ਦੀ ਹੋ ਗਈ ਹੈ, ਅਸੀਂ ਨਾਮ ਜਿਹੜਾ ਉਹ ਧਿਆ ਨਹੀਂ ਸਕਦੇ। ਪਰ ਮੁਬਾਰਕ ਹੈ ਕਿ ਅੱਜ ਭਾਵੇਂ ਮਹਾਮਾਰੀ, ਭਾਵੇਂ ਇਹ ਦੁੱਖ ਦਾ ਸਮਾਂ, ਰੋਗ ਦਾ ਸਮਾਂ ਬਣਿਆ, ਪਰ ਇੱਕ ਗੱਲ ਤੇ ਸੱਚ ਹੈ ਵੀ ਘਰ ਘਰ ਦੇ ਵਿੱਚ ਨਾਮ ਜਪਣਾ ਜ਼ਰੂਰ ਸ਼ੁਰੂ ਹੋ ਗਿਆ। ਘਰ ਘਰ ਦੇ ਵਿੱਚ ਨਾਮ ਦਾ ਅਭਿਆਸ ਹੋਣਾ ਜ਼ਰੂਰ ਸ਼ੁਰੂ ਹੋ ਗਿਆ।
ਕਮ ਸੇ ਕਮ ਅੱਜ ਬੰਦਾ ਉੱਠਦਿਆਂ ਸਾਰ ਰੱਬ ਨੂੰ ਤੇ ਜ਼ਰੂਰ ਚੇਤੇ ਕਰਦਾ ਹੈ। ਹਰ ਘਰ ਦੇ ਵਿੱਚ ਉੱਠ ਕੇ ਦੇਖੋ ਕਿੰਨੇ ਗੁਰਬਾਣੀ ਦੇ ਜਾਪ ਹੋ ਰਹੇ, ਕਿੰਨੇ ਗੁਰਬਾਣੀ ਦਾ ਸਿਮਰਨ ਹੋ ਰਿਹਾ ਹੈ। ਚਲੋ ਕਿਸੇ ਬਹਾਨੇ ਹੋ ਰਿਹਾ, ਬੰਦਾ ਜੁੜ ਤਾਂ ਗਿਆ, ਕਿਸੇ ਤਰ੍ਹਾਂ ਵੀ ਹੋਇਆ। ਅਸੀਂ ਨਹੀਂ ਚਾਹੁੰਦੇ ਕਿ ਇਹ ਸਮਾਂ ਜਿਹੜਾ ਇਦਾਂ ਦਾ ਬਣ ਕੇ ਆਵੇ, ਨਾ ਹੀ ਕਿਸੇ ਨੂੰ ਕੋਈ ਦੁੱਖ ਹੋਵੇ, ਰੋਗ ਲੱਗੇ, ਨਾ ਇਹ ਮਹਾਂਮਾਰੀ ਫੈਲੇ। ਪਰ ਦੁਨੀਆ ਵਿੱਚ ਪਰਮੇਸ਼ਵਰ ਨੂੰ ਭੁਲਾ ਕੇ ਖੁਆਰੀ ਜਿਹੜੀ ਅਸੀਂ ਪੱਲੇ ਪਾ ਲਈ ਸੀ, ਪਰ ਅੱਜ ਹਰ ਬੰਦਾ ਉੱਠ ਕੇ ਕਹਿੰਦਾ ਵਾਹਿਗੁਰੂ ਅੱਜ ਦਿਨ ਸੁੱਖ ਦਾ ਲੰਘ ਜਾਏ। ਰਾਤ ਨੂੰ ਸੌਣ ਲੱਗਿਆਂ ਵੀ ਇੱਕ ਵਾਰ ਤਾਂ ਜ਼ਰੂਰ ਕਹਿੰਦਾ ਵਾਹਿਗੁਰੂ ਮਿਹਰ ਕਰੀ ਰਾਤ ਸੁੱਖ ਦੀ ਲੰਘ ਜਾਏ। ਇਸ ਲਈ ਕਹਿ ਰਹੇ ਨੇ ਸੋਧ ਜੋ ਤੂੰ ਕਰਮ ਕਾਂਡ ਵਹਿਮ ਭਰਮ ਦੇ ਵਿੱਚ ਪਿਆ ਹੋਇਆ, ਜਿਹੜੇ 52 ਅੱਖਰਾਂ ਦੇ ਰਾਹੀਂ ਸੰਸਕ੍ਰਿਤ ਦੇ ਰਾਹੀਂ ਤੈਨੂੰ ਇਹ ਭਰਮ ਜਾਲ ਬਣਾ ਕੇ ਤੈਨੂੰ ਇਹਦੇ ਵਿੱਚ ਫਸਾਇਆ ਜਾ ਰਿਹਾ ਹੈ। ਤੇਰੇ ਮਨ ਵਿੱਚ ਸੰਸਾ ਪੈਦਾ ਹੋ ਰਹੀ ਹੈ। ਕਹਿੰਦੇ ਇਹਨੂੰ ਚੰਗੀ ਤਰ੍ਹਾਂ ਸੋਧ ਲੈ, ਵਿਚਾਰ ਲੈ। ਜਦੋਂ ਸੋਧ ਲਏਗਾ ਹਰ ਚਰਨੀ ਚਿੱਤ ਲਾਏ, ਤਾਂ ਤੇਰਾ ਚਿੱਤ ਫਿਰ ਪਰਮੇਸ਼ਵਰ ਦੇ ਚਰਨਾਂ ਨਾਲ ਲੱਗ ਜਾਏਗਾ। ਫਿਰ ਤੇਰੀ ਸੁਰਤ ਪਰਮੇਸ਼ਵਰ ਦੇ ਨਾਮ ਨਾਲ, ਉਹਦੇ ਚਰਨਾਂ ਨਾਲ ਜੁੜ ਜਾਵੇਗੀ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲਹਿ ਅਸੰਤ। ਕਬੀਰ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਹਰ ਚਰਨੀ ਚਿੱਤ ਲਾਏ, ਵਾਹਿਗੁਰੂ ਜੀ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜ ਕੇ ਮਨ ਨੂੰ ਸ਼ਾਂਤ ਕਰ ਲਿਆ। ਇੱਥੇ ਧਿਆਨ ਰੱਖਿਓ, ਸੰਤ ਦਾ ਅਰਥ ਹੈ ਸ਼ਾਂਤ, ਅਸੰਤ ਦਾ ਅਰਥ ਹੈ ਅਸ਼ਾਂਤ। ਜਿਹਦਾ ਮਨ ਸ਼ਾਂਤ ਨਹੀਂ ਰਹਿੰਦਾ, ਹਰ ਵੇਲੇ ਅੰਦਰ ਤਪਦਾ ਰਹਿੰਦਾ ਹੈ, ਹਰ ਵੇਲੇ ਅੰਦਰ ਜਿਹੜਾ ਹੈ ਉਹ ਵਿਕਾਰਾਂ ਦੀ ਅੱਗ ਵਿੱਚ ਬਲਦਾ ਰਹਿੰਦਾ ਹੈ, ਹਰ ਵੇਲੇ ਅਸ਼ਾਂਤ ਰਹਿੰਦਾ ਹੈ। ਕਹਿੰਦੇ ਨੇ ਜਿਹਨੇ ਆਪਣੇ ਮਨ ਨੂੰ, ਸੁਰਤ ਨੂੰ, ਚਿੱਤ ਨੂੰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਲਿਆ, ਉਹਦਾ ਮਨ ਹੋ ਗਿਆ ਸ਼ਾਂਤ, ਉਹਦਾ ਮਨ ਟਿਕ ਗਿਆ, ਉਹਦੇ ਮਨ ਦੇ ਵਿੱਚ ਸਕੂਨ ਉਹਨੂੰ ਪ੍ਰਾਪਤ ਹੋਇਆ, ਉਹਦੇ ਮਨ ਵਿੱਚ ਸ਼ਾਂਤੀ ਆ ਗਈ, ਉਹਦਾ ਮਨ ਬਿਲਕੁਲ ਸ਼ਾਂਤ ਹੋ ਗਿਆ। ਤੇ ਜਿਹਦਾ ਮਨ ਸ਼ਾਂਤ ਹੋ ਜਾਂਦਾ ਉਹਨੂੰ ਕਦੇ ਕ੍ਰੋਧ ਨਹੀਂ ਆਉਂਦਾ, ਉਹ ਕਦੇ ਕ੍ਰੋਧ ਵਿੱਚ ਆ ਕੇ ਚੰਡਾਲ ਦਾ ਰੂਪ ਨਹੀਂ ਧਾਰ ਲੈਂਦਾ। ਜਿਹਦੇ ਕ੍ਰੋਧ ਹੱਦ ਨਾਲੋਂ ਵੱਧ ਹੋ ਜਾਏ ਨਾ, ਉਹਦੀ ਸ਼ਕਲ ਵੇਖਿਆ ਕਰੋ, ਉਹਦੀ ਸ਼ਕਲ ਹੀ ਬਦਲ ਜਾਂਦੀ ਹੈ, ਅੱਖਾਂ ਉਹਦੀਆਂ ਲਾਲ ਹੋ ਜਾਂਦੀਆਂ ਨੇ, ਇਦਾਂ ਲੱਗਦਾ ਇਨਸਾਨ ਨਹੀਂ ਸ਼ੈਤਾਨ ਹੈ, ਕਿਉਂਕਿ ਕ੍ਰੋਧ ਦਾ ਦੂਜਾ ਰੂਪ ਚੰਡਾਲ ਹੈ। ਜਦੋਂ ਕ੍ਰੋਧ ਆਪਣੀ ਲਿਮਟ ਤੋਂ ਅੱਗੇ ਹੋ ਜਾਏ, ਜਿੰਨੀ ਲਿਮਟ ਹੈ, ਜਿੰਨੀ ਹੱਦ ਹੈ, ਉਹਦੇ ਨਾਲੋਂ ਵੱਧ ਕ੍ਰੋਧ ਆ ਜਾਏ, ਤੇ ਫਿਰ ਉਹ ਇਨਸਾਨ ਚੰਡਾਲ ਦਾ ਰੂਪ ਧਾਰ ਲੈਂਦਾ ਹੈ। ਕਹਿੰਦੇ ਨੇ ਜਿਹਦੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ, ਅੰਦਰ ਜਿਹੜੇ ਵਿਕਾਰਾਂ ਦੀ ਹੁਣ ਅੱਗ ਨਹੀਂ ਬਲਦੀ, ਮਨ ਅੰਦਰ ਸ਼ਾਂਤ ਹੋ ਗਿਆ, ਜਿਹਨੂੰ ਸੱਚ ਸਮਝ ਆਇਆ, ਉਹਨੇ ਪਰਮੇਸ਼ਵਰ ਦੇ ਨਾਮ ਨਾਲ ਆਪਣੀ ਸੁਰਤ ਜੋੜ ਲਈ। ਹੁਣ ਭਾਵੇਂ ਅਸੰਤ ਜਿਨ੍ਹਾਂ ਦੇ ਮਨ ਸ਼ਾਂਤ ਨਹੀਂ, ਜਾਂ ਦੂਜੇ ਅਰਥ ਕਰ ਲਈਏ, ਸੰਤ ਦਾ ਅਰਥ ਗੁਰਮੁਖ ਹੈ, ਅਸੰਤ ਦਾ ਅਰਥ ਮਨਮੁਖ ਹੈ। ਕਹਿੰਦੇ ਨੇ ਜਿਹੜਾ ਗੁਰਮੁਖ ਬਣ ਗਿਆ ਨਾ, ਹੁਣ ਮਨਮੁਖ ਇਕੱਠੇ ਹੋ ਕੇ ਜਿੰਨੇ ਮਰਜ਼ੀ ਆ ਜਾਣ, ਜਿਹੜਾ ਗੁਰਮੁਖ ਹੋ ਗਿਆ ਉਹਨੂੰ ਮਨਮੁਖ ਨਹੀਂ ਬਣਾ ਸਕਦੇ। ਜਿਹਦਾ ਮਨ ਸ਼ਾਂਤ ਹੋ ਗਿਆ, ਅਸ਼ਾਂਤ ਮਨ ਵਾਲੇ ਜਿੰਨਾ ਮਰਜ਼ੀ ਆ ਕੇ ਜਿਹੜਾ ਉਹ ਆਪਣਾ ਅੰਦਰ ਦੀ ਤਪਸ਼ ਨੂੰ, ਉਹਦੇ ਆਪਣੀ ਤਪਸ਼ ਨਾਲ ਉਹਨੂੰ ਸੇਕ ਪਹੁੰਚਾਉਣਾ ਚਾਹਣ, ਦੁੱਖ ਪਹੁੰਚਾਉਣਾ ਚਾਹਣ, ਉਹਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹ ਅੰਦਰੋਂ ਸ਼ੀਤਲ ਹੋ ਚੁੱਕਾ ਹੈ, ਉਹ ਅੰਦਰੋਂ ਸ਼ਾਂਤ ਹੋ ਚੁੱਕਾ ਹੈ। ਹੁਣ ਉਹਨੂੰ ਅਸ਼ਾਂਤ ਨਹੀਂ ਕੋਈ ਕਰ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿੰਨੇ ਸ਼ਾਂਤ ਨੇ, ਕਿੰਨੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਨ ਅੰਦਰ ਸ਼ੀਤਲ ਹੈ, ਮਨ ਅੰਦਰ ਸ਼ਾਂਤ ਹੈ, ਕਿ ਤਤੀ ਤਵੀ ਤੇ ਬੈਠੇ ਹੋਏ ਨੇ, ਮਨ ਫਿਰ ਵੀ ਸ਼ਾਂਤ ਹੈ। ਔਰ ਜਿੰਨੇ ਆਸ-ਪਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਖਲੋਤੇ ਹੋਏ ਨੇ, ਸਾਰੇ ਹੀ ਅਸ਼ਾਂਤ ਮਨ ਵਾਲੇ ਨੇ, ਜਿਹੜੇ ਅੰਦਰੋਂ ਤਪ ਰਹੇ ਨੇ। ਹੁਣ ਦੇਖੋ ਜਿੰਨੇ ਵੀ ਉੱਥੇ ਆਸ-ਪਾਸ ਖੜੇ ਸਾਰੇ ਤਪ ਰਹੇ ਨੇ, ਜਿਹੜੀ ਤਵੀ ਤੇ ਗੁਰੂ ਸਾਹਿਬ ਬੈਠੇ ਨੇ ਉਹ ਵੀ ਤਪ ਰਹੀ ਹੈ, ਪਰ ਜੇ ਕੋਈ ਸ਼ਾਂਤ ਹੋ ਕੇ ਬੈਠਾ ਤੇ ਉਹ ਧੰਨ ਗੁਰੂ ਅਰਜਨ ਦੇਵ ਜੀ। ਕਿਉਂ ਬੈਠੇ ਨੇ? ਕਿਉਂਕਿ ਅੰਦਰ ਪਰਮੇਸ਼ਵਰ ਦੇ ਨਾਮ ਦੇ ਨਾਲ ਚਿੱਤ ਜੁੜਿਆ ਹੋਇਆ ਹੈ।
ਚਿੱਤ ਪਰਮੇਸ਼ਵਰ ਦੇ ਨਾਮ ਨਾਲ ਜੁੜ ਗਿਆ ਤੇ ਅੰਦਰ ਮਨ ਸ਼ੀਤਲ ਹੋ ਗਿਆ। ਇੰਨਾ ਸ਼ੀਤਲ ਹੋ ਗਿਆ ਕਿ ਬਾਹਰ ਦੀ ਅੱਗ ਵੀ ਅੰਦਰ ਸਾੜ ਨਹੀਂ ਰਹੀ। ਅਸ਼ਾਂਤ ਮਨ ਵਾਲੇ ਮਨਮੁਖ ਜਿਹੜੇ ਸਾਕਤ ਸੀ, ਉਹਨਾਂ ਨੇ ਘੇਰਾ ਪਾਇਆ ਹੋਇਆ ਹੈ, ਪਰ ਫਿਰ ਵੀ ਕੋਈ ਪਰਵਾਹ ਨਹੀਂ। ਭਾਈ ਦਇਆਲਾ ਜੀ ਉਬਲਦੇ ਪਾਣੀ ਦੇ ਵਿੱਚ ਉਬਲਦੇ ਪਏ ਨੇ। ਪਾਣੀ ਇੰਨਾ ਗਰਮ ਹੋ ਚੁੱਕਾ ਹੈ ਕਿ ਉਹ ਭਾਫ ਬਣ ਕੇ ਉੱਡਣ ਲੱਗ ਪਿਆ। ਸਰੀਰ ਨੂੰ ਤਪਾ ਰਿਹਾ ਹੈ, ਪਰ ਭਾਈ ਦਇਆਲਾ ਜੀ ਦਾ ਮਨ ਕਿੰਨਾ ਸ਼ਾਂਤ ਹੋਇਆ ਹੋਇਆ ਹੈ। ਸ਼ਾਂਤ ਮਨ ਵਾਲੇ ਚੌਂਕੜਾ ਮਾਰ ਕੇ ਬੈਠੇ ਨੇ ਆਰਾਮ ਨਾਲ। ਭਾਵੇਂ ਉਹ ਤਪਦਾ ਹੋਇਆ ਪਾਣੀ ਸਰੀਰ ਨੂੰ ਜ਼ਰੂਰ ਤਪਾ ਰਿਹਾ ਹੈ, ਪਰ ਮਨ ਅੰਦਰ ਸ਼ਾਂਤ ਹੋ ਕੇ ਬੈਠਾ ਹੈ। ਬਾਹਰ ਦੀ ਅੱਗ ਦਾ ਸੇਕ ਮਨ ਤੱਕ ਪਹੁੰਚ ਹੀ ਨਹੀਂ ਰਿਹਾ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਪੈਰ ਤੋਂ ਲੈ ਕੇ ਸਿਰ ਤੱਕ ਰੂਹ ਲਪੇਟ ਦਿੱਤੀ, ਔਰ ਰੂਹ ਲਪੇਟ ਕੇ ਤੇ ਅੱਗ ਲਾ ਦਿੱਤੀ। ਸਾਰਾ ਸਰੀਰ ਅੱਗ ਦੇ ਵਿੱਚ ਝੁਲਸ ਰਿਹਾ ਹੈ, ਪਰ ਅੰਦਰ ਭਾਈ ਸਤੀ ਦਾਸ ਦਾ ਮਨ ਸ਼ਾਂਤ ਹੋਇਆ ਪਿਆ। ਸਾਨੂੰ ਅਸੀਂ ਦੇਖੀਦਾ ਬਾਣੀ ਪੜ੍ਹਦੇ ਹਾਂ, ਕੋਈ ਬਾਣੀ ਪੜ੍ਹਦਾ ਪਿਆ ਤੇ ਕਿਸੇ ਨੇ ਕੋਈ ਗੱਲ ਆਖੀ ਤੇ ਉਸੇ ਵੇਲੇ ਕ੍ਰੋਧ ਆ ਗਿਆ। ਇਹਦਾ ਮਤਲਬ ਬਾਣੀ ਤਾਂ ਪੜ੍ਹ ਰਹੇ ਹਾਂ ਪਰ ਮਨ ਸ਼ਾਂਤ ਨਹੀਂ ਹੋਇਆ। ਕਿਸੇ ਨੇ ਮਾੜੀ ਜੀ ਕੋਈ ਗੱਲ ਕਹਿ ਦਿੱਤੀ ਤੇ ਉਸੇ ਵੇਲੇ ਅੰਦਰ ਅੱਗ ਦੇ ਭਾਂਬੜ ਬੱਲਣ ਲੱਗ ਪਏ। ਇਹਦਾ ਮਤਲਬ ਮਨ ਸ਼ਾਂਤ ਨਹੀਂ ਹੋਇਆ। ਕਿਸੇ ਦੀਆਂ ਦੋ ਗੱਲਾਂ ਨੇ ਮਨ ਅਸ਼ਾਂਤ ਕਰ ਦਿੱਤਾ। ਕਿਸੇ ਨੇ ਬੁਰਿਆਈ ਕੀਤੀ, ਨਿੰਦਾ ਕੀਤੀ, ਚੁਗਲੀ ਕੀਤੀ, ਪਤਾ ਲੱਗਾ ਨੀਂਦ ਕੋਈ ਨਹੀਂ ਆਈ, ਮਨ ਅਸ਼ਾਂਤ ਹੋ ਗਿਆ। ਇਸ ਲਈ ਕਬੀਰ ਜੀ ਦਾ ਹੀ ਬਚਨ ਬਾਣੀ ਦੇ ਵਿੱਚ ਆਉਂਦਾ ਹੈ। ਕਬੀਰ ਜੀ ਕਹਿੰਦੇ, ਸੰਤ ਮਿਲੈ ਕਿਛ ਸੁਣੀਐ ਕਹੀਐ। ਜੇ ਕੋਈ ਸ਼ਾਂਤ ਮਨ ਵਾਲਾ ਗੁਰਮੁਖ ਰੱਬ ਦਾ ਪਿਆਰਾ ਬੰਦਗੀ ਵਾਲਾ ਤੁਹਾਨੂੰ ਮਿਲ ਜਾਏ, ਜਿਹਨੂੰ ਤਤ ਦੀ ਪਛਾਣ ਹੋਵੇ, ਤਤ ਨਾਲ ਜੁੜਿਆ ਹੋਵੇ, ਕਰਮ ਕਾਂਡ ਨਾਲ ਨਹੀਂ, ਵਹਿਮ ਭਰਮ ਨਾਲ ਨਹੀਂ ਜੁੜਿਆ ਹੋਣਾ ਚਾਹੀਦਾ, ਸੱਚ ਨਾਲ ਜੁੜਿਆ ਹੋਣਾ ਚਾਹੀਦਾ ਹੈ। ਸੱਚ ਕੀ ਹੈ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਸਦੀਵੀ ਸੱਚ ਪਰਮੇਸ਼ਵਰ ਦਾ ਨਾਮ, ਜਿਹੜਾ ਉਹਦੇ ਨਾਲ ਜੁੜਿਆ ਹੋਇਆ ਕੋਈ ਮਨ ਨੂੰ ਸ਼ਾਂਤ ਕਰਕੇ ਤੁਹਾਨੂੰ ਮਿਲ ਜਾਏ, ਤਾਂ ਉਹਦੇ ਨਾਲ ਬੈਠ ਕੇ ਕੁਝ ਸੁਣੋ ਤੇ ਉਹਨੂੰ ਕੁਝ ਕਹੋ, ਕਿਉਂਕਿ ਉਹ ਅੱਗ ਬਬੂਲਾ ਨਹੀਂ ਹੁੰਦਾ। ਉਹ ਝਗੜਨ ਲੜਨ ਤੇ ਨਹੀਂ ਉਤਰ ਆਉਂਦਾ, ਉਹ ਬੈਠ ਕੇ ਟਿਕ ਕੇ ਵਿਚਾਰ ਕਰਦਾ। ਅੱਜ ਤੇ ਅਸੀਂ ਮਾੜੀ ਮਾੜੀ ਗੱਲ ਤੇ ਲੜ ਪੈਂਦੇ ਹਾਂ। ਅੱਜ ਜੇ ਵਿਚਾਰ ਕਰਨੀ ਹੋਵੇ ਨਾ ਬੈਠ ਕੇ, ਤੇ ਕਿੱਥੇ ਹੁੰਦੀ ਹੈ ਉਹ ਵਿਚਾਰ? ਤਾਂ ਗਾਲੀ ਗਲੋਚ ਤੇ ਉਤਰ ਆਉਂਦੀ ਹੈ, ਉਹ ਤੇ ਮਰਨ ਮਾਰਨ ਤੱਕ ਉਤਰ ਆਉਂਦੀ ਹੈ। ਪਰ ਇੱਥੇ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ। ਕੁਝ ਉਹਦੀ ਸੁਣ ਤੇ ਕੁਝ ਆਪਣੀ ਕਹਿ। ਉਹਦੇ ਵਿੱਚ ਕੀ ਹੋਏਗਾ? ਕਹਿਣ ਲੱਗੇ ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਇੱਕ ਨੇ ਕਹੀ ਤੇ ਦੂਜੇ ਨੇ ਮੰਨ ਲਈ, ਦੂਜੇ ਨੇ ਕਹੀ ਤੇ ਪਹਿਲੇ ਨੇ ਮੰਨ ਲਈ। ਇੱਥੇ ਤੇ ਹੁੰਦਾ ਵੀ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ? ਤੂੰ ਮੈਨੂੰ ਮੱਤ ਦੇਣ ਵਾਲਾ ਕੌਣ ਹੁੰਨਾ? ਤੂੰ ਮੈਨੂੰ ਸਮਝਾਉਣ ਵਾਲਾ ਕੌਣ ਹੁੰਨਾ? ਮੈਂ ਆਪਣੇ ਆਪ ਦੇ ਵਿੱਚ ਬੜਾ ਸਿਆਣਾ। ਬਸ ਇੱਥੇ ਹੀ ਆ ਕੇ ਫਿਰ ਕ੍ਰੋਧ ਵੱਧ ਜਾਂਦਾ ਹੈ। ਉਹੀ ਕ੍ਰੋਧ ਫਿਰ ਝਗੜੇ ਦਾ ਕਾਰਨ ਬਣ ਜਾਂਦਾ ਹੈ। ਅਸੀਂ ਦੋ ਧੜੇ ਆਪਸ ਵਿੱਚ ਬੈਠ ਕੇ ਵਿਚਾਰ ਤਾਂ ਇਸ ਲਈ ਕਰਨੀ ਸੀ ਕਿ ਝਗੜਾ ਮੁੱਕ ਜਾਏ, ਪਰ ਉੱਥੇ ਤੇ ਝਗੜਾ ਹੋਰ ਵੱਧ ਗਿਆ। ਇਸ ਲਈ ਕਬੀਰ ਜੀ ਨੇ ਬੜੀ ਵੱਡੀ ਗੱਲ ਸਾਨੂੰ, ਬੜੀ ਵੱਡੀ ਸਿੱਖਿਆ ਦਿੱਤੀ ਹੈ। ਕਹਿੰਦੇ ਜੇ ਅਸ਼ਾਂਤ ਮਨ ਵਾਲਾ ਕੋਈ ਮਿਲ ਜਾਏ ਨਾ, ਤੇ ਉੱਥੇ ਚੁੱਪ ਰਹਿਣ ਵਿੱਚ ਹੀ ਭਲਾ ਹੈ। ਐਵੇਂ ਉਹ ਤਾਂ ਅਸ਼ਾਂਤ ਹੈ ਹੀ ਹੈ, ਉਹਦੇ ਨਾਲ ਵਿਚਾਰਾਂ ਕਰੋਗੇ ਆਪਣਾ ਮਨ ਵੀ ਅਸ਼ਾਂਤ ਕਰ ਲਓਗੇ। ਕਈ ਵਾਰੀ ਕਹਿੰਦੇ ਨੇ ਵੀ ਮੈਂ ਤੇ ਚੰਗਾ ਭਲਾ ਘਰੋਂ ਆਇਆ ਸੀ, ਪਤਾ ਨਹੀਂ ਕਿੱਦਾਂ ਦਾ ਬੰਦਾ ਮੱਥੇ ਲੱਗ ਗਿਆ, ਮੇਰਾ ਮਨ ਵੀ ਅਸ਼ਾਂਤ ਕਰਕੇ ਰੱਖ ਦਿੱਤਾ। ਵੀ ਚੰਗਾ ਭਲਾ ਮੈਂ ਖਿੜਿਆ ਹੋਇਆ ਘਰੋਂ ਆਇਆ ਸੀ ਤੇ ਪਰੇਸ਼ਾਨੀਆਂ ਨੇ ਇੱਥੇ ਘੇਰ ਲਿਆ, ਕਿਉਂਕਿ ਬੰਦੇ ਹੀ ਉਸ ਤਰ੍ਹਾਂ ਦੇ, ਮੇਲਾਪ ਹੀ ਉਸ ਤਰ੍ਹਾਂ ਦਾ ਹੋਇਆ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਕਹਿੰਦੇ ਜੇ ਅਸੰਤ ਮਿਲ ਜਾਏ, ਅਸੰਤ ਦਾ ਅਰਥ ਮਨਮੁਖ ਮਿਲ ਜਾਏ। ਜੇ ਤੁਹਾਨੂੰ ਮਨਮੁਖ ਅਸ਼ਾਂਤ ਮਨ ਵਾਲਾ ਜੇ ਮਿਲ ਜਾਏ, ਮਸਤ ਕਰ ਰਹੀ ਹੈ, ਚੁੱਪੀ ਕਰਕੇ ਰਹੋਗੇ, ਤਾਂ ਤੁਹਾਡਾ ਮਨ ਸ਼ਾਂਤ ਰਹੇਗਾ। ਤੇ ਜੇ ਉਹਦੇ ਨਾਲ ਦੋ ਵਿਚਾਰਾਂ ਕਰ ਲੋਗੇ, ਉਹ ਅਸ਼ਾਂਤ ਤੇ ਹੈ ਹੀ ਹੈ, ਤੁਸੀਂ ਵੀ ਅਸ਼ਾਂਤ ਹੋ ਜਾਓਗੇ। ਉਹ ਤੇ ਪਰੇਸ਼ਾਨ ਹੈ ਹੀ ਹੈ, ਤੁਸੀਂ ਵੀ ਪਰੇਸ਼ਾਨ ਹੋ ਜਾਓਗੇ।
ਇਸ ਲਈ ਕਹਿੰਦੇ ਮਸਤ ਕਰ ਰਹੀ ਹੈ। ਚੁੱਪ ਕਰਕੇ ਉਸ ਵਾਲੇ ਪਾਸਿਓਂ ਦੀ ਤੁਸੀਂ ਲੰਘ ਜਾਓਗੇ ਤਾਂ ਤੁਹਾਡਾ ਮਨ ਜਿਹੜਾ ਹੈ ਉਹ ਸਦਾ ਲਈ ਸ਼ਾਂਤ ਰਹੇਗਾ। ਕਹਿਣ ਤੋਂ ਭਾਵ ਕਿ ਮਨਮੁਖਾਂ ਦੀ ਸੰਗਤ ਨਾ ਕਰੀਏ, ਗੁਰਮੁਖਾਂ ਦੀ ਸੰਗਤ ਜਿਹੜੀ ਆ ਉਹ ਕਰਾਂਗੇ ਤੇ ਮਨ ਸ਼ੀਤਲ। ਅਸੀਂ ਝੂਠ ਨਾਲ, ਕੱਚੀ ਬਾਣੀ ਦੇ ਨਾਲ ਔਰ ਵਹਿਮ ਭਰਮ ਕਰਮ ਕਾਂਡ ਜਿਹੜੇ ਨੇ ਪਾਉਣ ਵਾਲੇ ਅੱਖਰ, ਉਹਨਾਂ ਨਾਲ ਜੁੜਾਂਗੇ ਤੇ ਅਸ਼ਾਂਤ ਰਵਾਂਗੇ। ਜੇ ਸੱਚੀ ਬਾਣੀ ਨਾਲ ਜੁੜਾਂਗੇ ਮਨ ਸ਼ੀਤਲ ਰਹੇਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ 부ਜੀ, ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ। ਕਹਿੰਦੇ ਜਲਨ ਬੁਝ ਜਾਏਗੀ ਜਿਹੜੀ ਅੰਦਰ ਵਿਕਾਰਾਂ ਦੀ ਅੱਗ ਬਲਦੀ ਪਈ ਹੈ। ਇਸ ਲਈ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਸੰਤ ਨ ਛਾੜੈ ਸੰਤਈ। ਜਿਹੜਾ ਅਸਲ ਸੰਤ ਹੁੰਦਾ ਨਾ, ਮਨ ਦਾ ਸ਼ਾਂਤ, ਉਹ ਮਨ ਦੀ ਸ਼ਾਂਤੀ, ਮਨ ਦੀ ਠੰਡਕ ਨੂੰ ਕਦੇ ਵੀ ਨਹੀਂ ਤਿਆਗਦਾ। ਉਹਦੇ ਸਾਹਮਣੇ ਜਿੰਨਾ ਮਰਜ਼ੀ ਕੋਈ ਆ ਕੇ ਕ੍ਰੋਧ ਵਿੱਚ ਬੋਲੇ, ਕੋਈ ਉਹਦੀ ਨਿੰਦਾ ਕਰੇ, ਬੁਰਿਆਈ ਕਰੇ, ਉਹ ਕਦੇ ਆਪਣੀ ਸੰਤਈ ਨਹੀਂ ਛੱਡਦਾ। ਉਹ ਮਨ ਦੀ ਸ਼ਾਂਤੀ ਦਾ ਤਿਆਗ ਨਹੀਂ ਕਰਦਾ। ਕਬੀਰ ਸਾਹਿਬ ਜੀ ਵੇਲੇ ਵੀ ਨਿੰਦਾ ਕਰਨ ਵਾਲੇ ਲੋਕ ਬਹੁਤ ਹੋਣਗੇ, ਤੇ ਆਪ ਜੀ ਨੂੰ ਪਤਾ ਨਿੰਦਾ ਕਿਹਦੀ ਹੁੰਦੀ ਹੈ? ਜਿਹੜਾ ਸੱਚ ਦੇ ਰਾਹ ਤੇ ਤੁਰਦਾ ਹੈ, ਜਿਹੜਾ ਸੱਚ ਬੋਲਦਾ ਹੈ। ਕਦੀ ਝੂਠ ਵਾਲੇ ਬੰਦੇ ਦੀ ਵੀ ਨਿੰਦਾ ਕਿਸੇ ਨੇ ਕੀਤੀ, ਕਦੀ ਝੂਠ ਦੇ ਰਾਹ ਤੇ ਤੁਰਨ ਵਾਲੇ ਦੀ ਵੀ ਕਿਸੇ ਨੇ ਬੁਰਿਆਈ ਕੀਤੀ। ਜਦੋਂ ਵੀ ਬੁਰਿਆਈ ਹੁੰਦੀ ਹੈ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੀ ਹੁੰਦੀ ਹੈ, ਸੱਚ ਬੋਲਣ ਵਾਲਿਆਂ ਦੀ ਹੀ ਬੁਰਿਆਈ ਹੁੰਦੀ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਕੇ ਪਿਆਰਿਓ, ਬਾਣੀ ਦਾ ਅਭਿਆਸ ਕਰਕੇ ਮਨ ਇੰਨਾ ਸ਼ਾਂਤ ਕਰ ਲਓ ਕਿ ਜੇ ਤੁਹਾਡੀ ਕੋਈ ਨਿੰਦਾ ਵੀ ਕਰੇ ਨਾ, ਤੁਸੀਂ ਆਪਣਾ ਰਸਤਾ ਨਹੀਂ ਛੱਡਣਾ, ਤੁਸੀਂ ਆਪਣਾ ਰਾਹ ਨਹੀਂ ਛੱਡਣਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਨਹੀਂ ਤਿਆਗਦਾ ਕਿਸੇ ਦਾ ਅਵਗਣ ਵੇਖ ਕੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਉਹਦੀ ਨਿੰਦਾ ਕਰੇ, ਉਹਦੀ ਬੁਰਿਆਈ ਕਰੇ, ਤੇ ਜਿਹੜਾ ਅੰਦਰ ਮਨ ਨੂੰ ਸ਼ਾਂਤ ਕਰਕੇ ਬੈਠਾ ਹੋਇਆ ਹੈ, ਉਹ ਆਪਣੇ ਗੁਣ ਨੂੰ ਨਹੀਂ ਤਿਆਗਦਾ। ਉਹਨੂੰ ਪਤਾ ਵੀ ਇਹ ਗੁਣ ਬੜੀ ਮਿਹਨਤ ਕਰਕੇ ਮਿਲਿਆ ਹੈ, ਇਹ ਐਵੇਂ ਨਹੀਂ ਮਿਲ ਗਿਆ। ਮਨ ਨੂੰ ਸ਼ਾਂਤ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਬੜੇ ਬੜੇ ਰਿਸ਼ੀ ਮੁਨੀ ਵੀ ਅੱਗ ਬਬੂਲੇ ਹੋ ਜਾਂਦੇ ਨੇ। ਬੜੇ ਬੜੇ ਤਪ ਕਰਨ ਵਾਲਿਆਂ ਵਿੱਚ ਵੀ ਕ੍ਰੋਧ ਦੀ ਅੱਗ ਦੇਖੀ ਗਈ ਹੈ ਬਲਦੀ। ਅਸੀਂ ਜਦੋਂ ਵੇਖਦੇ ਹਾਂ ਵੀ ਬੜੇ ਬੜੇ ਰਿਸ਼ੀ ਮੁਨੀਆਂ ਨੂੰ ਪੜ੍ਹੀਏ ਸੁਣੀਏ, ਤੇ ਉਹ ਜਦੋਂ ਕ੍ਰੋਧ ਆਉਂਦਾ ਹੈ ਤੇ ਲੋਕਾਂ ਨੂੰ ਸ਼ਰਾਪ ਹੀ ਦੇ ਦਿੰਦੇ ਨੇ ਉਹ। ਪਰ ਗੁਰੂ ਅਰਜਨ ਦੇਵ ਜੀ ਬਲਿਹਾਰੇ ਜਾਈਏ, ਤਤੀ ਤਵੀ ਤੇ ਬੈਠ ਕੇ ਵੀ ਕੋਈ ਮਾੜਾ ਸ਼ਬਦ ਨਹੀਂ ਨਿਕਲ ਰਿਹਾ। ਤਤੀ ਤਵੀ ਤੇ ਬੈਠਿਆਂ ਵੀ ਮਨ ਇੰਨਾ ਸ਼ਾਂਤ ਹੋ ਕੇ ਕਹਿ ਰਿਹਾ ਹੈ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਨਹੀਂ ਤੇ ਪੜ੍ਹ ਕੇ ਵੇਖ ਲਓ, ਲੋਕ ਅੱਗ ਦੇ ਕ੍ਰੋਧ ਵਿੱਚ ਆ ਕੇ ਕਹਿੰਦੇ ਨੇ ਸ਼ਰਾਪ ਹੀ ਦੇ ਦਿੰਦੇ ਨੇ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਉਹ ਮੁਕਤ ਹੈ ਉਸ ਅਵਸਥਾ ਤੋਂ, ਤੇ ਸਾਨੂੰ ਵੀ ਗੁਰੂ ਸਾਹਿਬ ਕਹਿੰਦੇ ਤੁਸੀਂ ਵੀ ਮੁਕਤ ਹੋ ਜਾਓ। ਮਾੜੀ ਮਾੜੀ ਗੱਲ ਤੇ ਕਿਸੇ ਨੂੰ ਬੁਰਾ ਕਰ ਕਹਿ ਦੇਣਾ, ਸ਼ਰਾਪ ਦੇ ਦੇਣਾ, ਤੇਰਾ ਕੱਖ ਨਾ ਰਹੇ, ਆਹ ਹੋ ਜਾਏ ਉਹ ਹੋ ਜਾਏ। ਗੁਰੂ ਸਾਹਿਬ ਕਹਿੰਦੇ ਨਹੀਂ, ਗੁਰੂ ਕੇ ਸਿੱਖਾ, ਜੇ ਇਸ ਘਰ ਵਿੱਚ ਆਉਣਾ ਤੇ ਤੂੰ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਤੂੰ ਕਿਸੇ ਦਾ ਬੁਰਾ ਮੰਗਣਾ ਹੀ ਨਹੀਂ। ਬਾਣੀ ਦਾ ਅਭਿਆਸ ਇਸ ਤਰ੍ਹਾਂ ਕਰ ਕਿ ਤੂੰ ਕਿਸੇ ਦਾ ਬੁਰਾ ਮੰਗ ਹੀ ਨਾ ਸਕੇ। ਤੂੰ ਕਿਸੇ ਦਾ ਬੁਰਾ ਮੰਗਣਾ ਤੇ ਕੀ ਤੂੰ ਅੰਦਰ ਖਿਆਲ ਵੀ ਨਾ ਲਿਆ ਸਕੇ ਕਿਸੇ ਦੇ ਬੁਰਾ ਕਰਨ ਵਾਸਤੇ। ਤੇਰੇ ਅੰਦਰ ਬਾਣੀ ਦਾ ਇੰਨਾ ਪ੍ਰਭਾਵ ਹੋਣਾ ਚਾਹੀਦਾ ਹੈ। ਹੁਣ ਕਬੀਰ ਸਾਹਿਬ ਜੀ ਦੀ ਵੀ ਨਿੰਦਾ ਕਰਨ ਵਾਲੇ ਲੋਕ ਬਹੁਤ ਨੇ, ਕਿਉਂਕਿ ਕਬੀਰ ਜੀ ਸੱਚ ਬੋਲਦੇ ਨੇ। ਕਬੀਰ ਜੀ ਜੋ ਪਖੰਡ ਹੋ ਰਿਹਾ, ਕਰਮ ਕਾਂਡ ਹੋ ਰਿਹਾ, ਉਹਦੇ ਬਾਰੇ ਦੱਸਦੇ ਨੇ ਵੀ ਇਹ ਕਰਮ ਕਾਂਡ ਛੱਡ ਦਿਓ, ਇਹ ਪਾਖੰਡ ਛੱਡ ਦਿਓ, ਇਹ ਪਖੰਡ ਕਰਨਾ। ਤੇ ਕਬੀਰ ਜੀ ਦੀ ਬੁਰਿਆਈ ਹੋਣੀ ਸ਼ੁਰੂ ਹੋ ਗਈ, ਨਿੰਦਾ ਸ਼ੁਰੂ ਹੋ ਗਈ। ਤੇ ਕਬੀਰ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਕਹਿੰਦੇ ਲੋਕੋ, ਮੈਂ ਰੋਕਾਂਗਾ ਨਹੀਂ ਤੁਹਾਨੂੰ, ਮੈਂ ਆਪਣਾ ਮਨ ਅਸ਼ਾਂਤ ਨਹੀਂ ਕਰਾਂਗਾ। ਮੈਂ ਆਪਣੇ ਮਨ ਦੀ ਜਿਹੜੀ ਸ਼ਾਂਤੀ ਬਣਾਈ ਹੈ ਉਹ ਤੁਹਾਡੇ ਮਗਰ ਲੱਗ ਕੇ ਉਹਨੂੰ ਤਿਆਗਾਂਗਾ ਨਹੀਂ।
ਮੈਂ ਤੁਹਾਡੇ ਮਗਰ ਲੱਗ ਕੇ ਆਪਣੇ ਘਰ ਅੱਗ ਨਹੀਂ ਲਾਵਾਂਗਾ, ਮੈਂ ਆਪਣਾ ਘਰ ਉਜਾੜਾਂਗਾ ਨਹੀਂ ਤੁਹਾਡੇ ਮਗਰ ਲੱਗ ਕੇ। ਜਿਹੜਾ ਮੈਨੂੰ ਮਨ ਸ਼ਾਂਤ ਹੋਣ ਦੀ ਅਵਸਥਾ ਮਿਲੀ ਹੈ ਮੈਂ ਉਹਨੂੰ ਕਦੇ ਨਹੀਂ ਤਿਆਗਾਂਗਾ। ਤੁਸੀਂ ਨਿੰਦਾ ਕਰਨੀ ਹੈ ਕਰੀ ਜਾਓ, ਤੁਸੀਂ ਬੁਰਾਈ ਕਰਨੀ ਹੈ ਕਰੀ ਜਾਓ। ਕਿਉਂ ਕਰਦੇ ਹੋ? ਕਿਉਂਕਿ ਤੁਹਾਡਾ ਮਨ ਅਸ਼ਾਂਤ ਹੈ। ਤੇ ਬੁਰਾਈ ਕਰੇਗਾ ਵੀ ਕੌਣ? ਜਿਹਦੇ ਮਨ ਵਿੱਚ ਅਵਸਥਾ ਨਹੀਂ ਬਣੀ ਮਨ ਨੂੰ ਸ਼ਾਂਤ ਕਰਨ ਵਾਲੀ। ਅਸ਼ਾਂਤ ਮਨ ਵਾਲੇ ਬੁਰਾਈਆਂ ਹੀ ਕਰ ਸਕਦੇ ਨੇ, ਹੋਰ ਕੁਝ ਨਹੀਂ। ਅਸ਼ਾਂਤ ਮਨ ਵਾਲੇ ਜਿਹੜੇ ਆਪ ਵਿਕਾਰਾਂ ਦੀ ਅੱਗ ਵਿੱਚ ਤਪ ਰਹੇ ਨੇ ਉਹ ਨਿੰਦਾ ਹੀ ਕਰ ਸਕਦੇ ਨੇ, ਚੁਗਲੀ ਹੀ ਕਰ ਸਕਦੇ ਨੇ, ਬੁਰਾਈ ਕਰ ਕਿਉਂਕਿ ਉਹਨਾਂ ਦੇ ਪੱਲੇ ਹੋਰ ਹੈ ਹੀ ਕੁਝ ਨਹੀਂ। ਉਹ ਆਪਣੇ ਮਨ ਨੂੰ ਸ਼ਾਂਤ ਕਰ ਨਹੀਂ ਸਕੇ। ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ ਤੇ ਹੋਰ ਕੋਈ ਕਿਵੇਂ ਕਰੇ। ਆਪ ਝੂਠ ਸੱਚ ਬੋਲਣਾ ਨਹੀਂ ਤੇ ਜੇ ਕੋਈ ਬੋਲਦਾ ਤੇ ਉਹ ਕਹਿੰਦੇ ਇਹ ਕਿਉਂ ਬੋਲੇ, ਇਹਦੀ ਵੀ ਆਵਾਜ਼ ਬੰਦ ਕਰੋ। ਆਪ ਝੂਠ ਦਾ ਰਸਤਾ ਛੱਡਣਾ ਨਹੀਂ ਤੇ ਜਿਹੜਾ ਸੱਚ ਦੇ ਰਾਹ ਤੇ ਤੁਰਦਾ ਉਹਨੂੰ ਤੁਰਨ ਕੋਈ ਨਹੀਂ ਦੇਣਾ। ਇਹ ਕਬੀਰ ਜੀ ਦਾ ਫੈਸਲਾ ਹੈ। ਤੇ ਅਸੀਂ ਗੁਰਬਾਣੀ ਦੇ ਰੂਪ ਵਿੱਚ ਕਬੀਰ ਜੀ ਦੇ ਬਚਨ ਪੜ੍ਹ ਸੁਣ ਵਿਚਾਰ ਰਹੇ ਹਾਂ। ਕਿਉਂ? ਕਿਉਂਕਿ ਸਾਨੂੰ ਗੱਲ ਸਮਝ ਆ ਜਾਏ ਕਿ ਸਾਨੂੰ ਕੋਈ ਜਿੰਨਾ ਮਰਜ਼ੀ ਬੁਰਾ ਕਹੇ, ਮਾੜਾ ਕਹੇ, ਸਾਡੀ ਬੁਰਾਈ ਕਰੇ, ਨਿੰਦਾ ਕਰੇ, ਜੋ ਮਨ ਵਿੱਚ ਅਸੀਂ ਸ਼ਾਂਤੀ ਬਣਾਈ ਹੈ, ਟਿਕਾ ਬਣਾਇਆ ਹੈ, ਅਸੀਂ ਉਹ ਦੁਬਾਰਾ ਉਹ ਅਵਸਥਾ ਨੂੰ ਵਿਗਾੜਨਾ ਨਹੀਂ। ਕਬੀਰ ਸੰਤ ਨ ਛਾੜੈ ਸੰਤ ਹੀ, ਕਹਿੰਦੇ ਜਿਹਨੇ ਮਨ ਨੂੰ ਸ਼ਾਂਤ ਕਰ ਲਿਆ ਉਹ ਕਦੇ ਆਪਣੇ ਮਨ ਦੀ ਸ਼ਾਂਤੀ ਦਾ ਤਿਆਗ ਨਹੀਂ ਕਰਦਾ। ਜੋ ਕੋਟਕ ਮਿਲ ਹੈ ਅਸੰਤ, ਕਹਿੰਦੇ ਕਰੋੜਾਂ ਅਸੰਤ ਮਿਲ ਜਾਣ, ਕਰੋੜਾਂ ਐਸੇ ਮਨਮੁਖ ਮਿਲ ਜਾਣ। ਜਿਹੜਾ ਗੁਰਮੁਖ ਦਾ ਰਸਤਾ ਪਕੜ ਲਿਆ ਨਾ, ਹੁਣ ਕਰੋੜਾਂ ਐਸੇ ਮਨਮੁਖ ਮਿਲ ਜਾਣ ਪਰ ਗੁਰਮੁਖ ਦਾ ਰਸਤਾ ਨਹੀਂ ਛੱਡਣਾ। ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਕਿੰਨਿਆਂ ਨੇ ਘੇਰਾ ਪਾਇਆ ਹੋਇਆ, ਚਾਰੇ ਪਾਸੇ ਕੂੜ ਦੇ ਪੁਲੰਦੇ ਬੈਠੇ ਹੋਏ ਨੇ ਔਰ ਉਹ ਦੋ ਸਾਹਿਬਜ਼ਾਦੇ ਵਿਚਕਾਰ ਕਚਹਿਰੀ ਦੇ ਵਿਚਕਾਰ ਖਲੋਤੇ ਹੋਏ ਨੇ ਔਰ ਦੋ ਸੱਚ ਦੇ ਮਾਰਗ ਤੇ ਤੁਰਨ ਵਾਲੇ, ਬਾਕੀ ਸਾਰੇ ਹੀ ਝੂਠ ਦੇ ਮਾਰਗ ਤੇ ਤੁਰਨ ਵਾਲੇ। ਸਾਰੇ ਦੇ ਸਾਰੇ ਹੀ ਕ੍ਰੋਧ ਦੀ ਅੱਗ ਨਾਲ ਭਰੇ ਨੇ। ਜੇ ਉਹਨਾਂ ਵਿੱਚ ਕੋਈ ਸ਼ਾਂਤ ਹੈ ਤੇ ਉਹ ਦੋ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇ, ਜਿਹੜੇ ਉਸ ਭਰੀ ਸਭਾ ਵਿੱਚ ਵੀ ਸ਼ਾਂਤ ਨੇ। ਪਰ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਨੇ ਆਪਣੇ ਮਨ ਨੂੰ ਅਸ਼ਾਂਤ ਥੋੜ੍ਹੀ ਕੀਤਾ। ਜਿੱਦਾਂ ਦੇ ਸਵਾਲ ਉਹ ਕਰਦੇ ਸੀ ਉਦਾਂ ਦਾ ਜਵਾਬ ਦੇ ਦਿੰਦੇ ਸਨ। ਪਰ ਉਹਨਾਂ ਨੇ ਆਖਿਆ ਛੱਡ ਦਿਓ ਇਹ ਰਾਹ ਜਿਹੜਾ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਰਾਹ ਦੱਸਿਆ ਨਾ, ਇਹ ਗੁਰਮਤ ਵਾਲਾ ਰਾਹ ਛੱਡ ਦਿਓ, ਇਹ ਸਿੱਖੀ ਵਾਲਾ ਰਸਤਾ ਛੱਡ ਦਿਓ, ਸਾਡਾ ਇਸਲਾਮ ਕਬੂਲ ਕਰ ਲਓ। ਬੈਠੇ ਹਜ਼ਾਰਾਂ ਨੇ, ਹਜ਼ਾਰਾਂ ਦੇ ਵਿੱਚ ਦੋ ਸਾਹਿਬਜ਼ਾਦੇ ਇੱਕੋ ਗੱਲ ਕਹਿੰਦੇ ਨੇ, ਕਹਿਣ ਲੱਗੇ ਵੀ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿੱਧਕ ਨਾ ਜਾਏ, ਕਿਉਂਕਿ ਇਹ ਮੇਰੇ ਦਾਦੇ ਤੇ ਪੜਦਾਦੇ ਨੇ ਮੈਨੂੰ ਸਿਖਾਇਆ ਹੈ। ਦਾਦਾ ਜੀ ਕੌਣ ਨੇ? ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਦਿੱਲੀ ਚਾਂਦਨੀ ਚੌਂਕ ਵਿੱਚ ਸੀਸ ਤਾਂ ਦੇ ਰਹੇ ਨੇ ਪਰ ਆਪਣਾ ਸਿੱਧਕ ਨਹੀਂ ਦੇ ਰਹੇ। ਅਸੀਂ ਲੋਕਾਂ ਦੇ ਮਗਰ ਰਾਤ ਵੀ ਇਹੀ ਗੱਲ ਚੱਲ ਰਹੀ ਸੀ ਕਿ ਤੁਸੀਂ ਦੁਨੀਆ ਮਗਰ ਲੱਗ ਕੇ ਆਪਣਾ ਦੀਨ ਨਾ ਗਵਾਓ, ਆਪਣੇ ਧਰਮ ਆਪਣੀ ਮਰਿਆਦਾ ਨੂੰ ਜਿਹੜਾ ਉਹ ਨਾ ਛੱਡੋ। ਜੋ ਤੁਹਾਡਾ ਧਰਮ ਕਹਿੰਦਾ, ਜੋ ਤੁਹਾਡੀ ਮਰਿਆਦਾ ਹੈ ਉਹਦੇ ਵਿੱਚ ਰਹੋ। ਦੁਨੀਆ ਮਗਰ ਲੱਗ ਕੇ ਉਹਦਾ ਤਿਆਗ ਨਾ ਕਰੋ। ਜੇ ਦੁਨੀਆ ਮਗਰ ਲੱਗ ਕੇ ਤੁਸੀਂ ਦੀਨ ਗਵਾ ਦਿਓਗੇ, ਦੁਨੀਆ ਨੇ ਫਿਰ ਤੁਹਾਡਾ ਸਾਥ ਨਹੀਂ ਦੇਣਾ, ਦੁਨੀਆ ਨੇ ਕੰਮ ਫਿਰ ਤੁਹਾਡੇ ਨਹੀਂ ਆਉਣਾ। ਤੇ ਜੇ ਦੁਨੀਆ ਨੇ ਸਾਥ ਨਹੀਂ ਦੇਣਾ, ਉਹਨੇ ਬਾਹ ਨਹੀਂ ਪਕੜਨੀ, ਉਹਨਾਂ ਫਿਰ ਕੰਮ ਨਹੀਂ ਆਉਣਾ। ਫਿਰ ਅਸੀਂ ਦੁਨੀਆ ਮਗਰ ਲੱਗ ਕੇ ਆਪਣਾ ਦੀਨ ਕਿਉਂ ਗਵਾਈਏ? ਅਸੀਂ ਆਪਣੀ ਮਰਿਆਦਾ ਨੂੰ ਕਿਉਂ ਛੱਡੀਏ? ਪਰ ਜਿਹਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਉਹ ਤਾਂ ਖੋਪਰ ਲਵਾ ਕੇ ਵੀ ਇਹਨਾਂ ਅਸ਼ਾਂਤ ਮਨਾਂ ਵਾਲਿਆਂ ਦੇ ਮਗਰ ਨਹੀਂ ਲੱਗਦਾ। ਉਹ ਕਹਿੰਦਾ ਖੋਪਰ ਤਾਂ ਲਵਾ ਦਿਆਂਗਾ ਪਰ ਮੈਂ ਤੁਹਾਡੇ ਮਗਰ ਨਹੀਂ ਲੱਗਣਾ। ਮੈਂ ਬੰਦ ਤਾਂ ਕਟਾ ਸਕਦਾ ਸ਼ਾਂਤ ਮਨ ਰੱਖ ਕੇ, ਪਰ ਮੈਂ ਤੁਹਾਡੇ ਮਗਰ ਲੱਗ ਕੇ ਆਪਣੇ ਰਾਹ ਨੂੰ ਨਹੀਂ ਛੱਡ ਸਕਦਾ। ਕਿਉਂਕਿ ਜੇ ਅਸੀਂ ਆਪਣਾ ਰਸਤਾ ਹੀ ਛੱਡ ਦਿੱਤਾ ਫਿਰ ਮੰਜ਼ਲ ਤੇ ਪਹੁੰਚਣਾ ਔਖਾ ਹੋ ਜਾਏਗਾ। ਜਦੋਂ ਰਸਤਾ ਹੀ ਬਦਲ ਗਿਆ ਫਿਰ ਮੰਜ਼ਲ ਤੇ ਪਹੁੰਚਣਾ ਬੜਾ ਔਖਾ। ਇਸ ਲਈ ਕਹਿ ਰਹੇ ਨੇ ਕਬੀਰ, ਜਿਹੜਾ ਸੰਤ ਅਸਲ ਵਿੱਚ ਹੁੰਦਾ ਮਨ ਨੂੰ ਸ਼ਾਂਤ ਰੱਖਣ ਵਾਲਾ, ਉਹ ਕਰੋੜਾਂ ਜੋ ਕੋਟਕ ਮਿਲੇ ਅਸੰਤ,
ਕਹਿੰਦੇ ਕਰੋੜਾਂ ਮਨ ਅਸ਼ਾਂਤ ਮਨ ਵਾਲੇ ਮਨਮੁਖ ਮਿਲ ਜਾਣ, ਉਹਨਾਂ ਦੇ ਮਗਰ ਲੱਗਦਾ ਨਹੀਂ, ਉਹਨਾਂ ਵਿੱਚ ਆ ਕੇ ਵੀ ਉਹ ਆਪਣੇ ਅੰਦਰ ਦੇ ਮਨ ਦੀ ਸ਼ਾਂਤੀ ਨੂੰ ਭੰਗ ਨਹੀਂ ਕਰਦਾ। ਜੋ ਪਰਮੇਸ਼ਵਰ ਦੇ ਨਾਮ ਨਾਲ ਜੁੜ ਕੇ ਉਹਨੇ ਮਨ ਨੂੰ ਸ਼ਾਂਤ ਕੀਤਾ, ਕਰੋੜਾਂ ਅਸੰਤ ਵੀ ਮਿਲ ਜਾਣ ਉਹਦੇ ਮਨ ਨੂੰ ਦੁਬਾਰਾ ਤਪਾ ਨਹੀਂ ਸਕਦੇ, ਵਿਕਾਰਾਂ ਦੀ ਅੱਗ ਉਹਦੇ ਅੰਦਰ ਬਾਲ ਨਹੀਂ ਸਕਦੇ। ਇਸ ਲਈ ਕਹਿ ਰਹੇ ਨੇ ਕਿ ਤੁਸੀਂ ਵੀ ਸੋਧ ਕੇ, ਵਿਚਾਰ ਕੇ, ਪਰਖ ਕੇ ਗੁਰਮੁਖਾਂ ਦੀ ਸੰਗਤ ਵਿੱਚ ਆਓ, ਮਨਮੁਖਾਂ ਦੀ ਸੰਗਤ ਵਿੱਚ ਨਹੀਂ। ਉਸ ਰਾਹ ਤੇ ਤੁਰੋ ਜਿਸ ਰਾਹ ਤੇ ਤੁਰਿਆਂ ਤੁਹਾਨੂੰ ਤੁਹਾਡੀ ਮੰਜ਼ਿਲ ਮਿਲ ਜਾਏ, ਤੁਹਾਡੇ ਜੀਵਨ ਵਿੱਚ ਸੁੱਖ, ਆਨੰਦ, ਖੁਸ਼ੀਆਂ ਦੀ ਤੁਹਾਨੂੰ ਪ੍ਰਾਪਤੀ ਹੋ ਜਾਏ। ਜਿੱਥੇ ਆ ਕੇ ਮਨ ਸ਼ਾਂਤ ਕਰਨਾ ਨਾ, ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੁਸੀਂ ਮਨ ਨੂੰ ਸ਼ਾਂਤ ਕਰਨ ਵਿੱਚ ਕਾਮਯਾਬ ਹੋ ਜਾਓਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗਣ ਵਿੱਚ ਤੁਸੀਂ ਕਾਮਯਾਬ ਹੋ ਜਾਓਗੇ, ਤਾਂ ਸੱਚ ਜਾਣਨਾ ਤੁਸੀਂ ਫਿਰ ਖਿੜੇ ਮੱਥੇ ਕਹੋਗੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਉਸ ਆਨੰਦ ਨੂੰ ਪਾ ਲਿਆ, ਤੇ ਜਿਹੜਾ ਆਨੰਦ ਪਾਇਆ ਹੁਣ ਮੈਂ ਲੋਕਾਂ ਮਗਰ ਲੱਗ ਕੇ ਉਸ ਆਨੰਦ ਦਾ ਕਿਵੇਂ ਤਿਆਗ ਕਰ ਦਿਆਂ? ਮੈਂ ਹੁਣ ਉਹਦਾ ਤਿਆਗ ਨਹੀਂ ਕਰ ਸਕਦਾ। ਇਸ ਲਈ ਕਬੀਰ ਜੀ ਨੇ ਇਹ ਪਾਵਨ ਸ਼ਲੋਕ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਮਲਿਆਗਰ ਭਯੰਗਮ ਬੇੜਿਓ, ਤਾਂ ਸ਼ੀਤਲਤਾ ਨਾ ਤਜੰਤ। ਕਬੀਰ ਜੀ ਨੂੰ ਪੁੱਛਿਆ ਕੋਈ ਉਦਾਹਰਨ ਦੇ ਕੇ ਸਮਝਾ ਸਕਦੇ ਹੋ? ਕਿ ਸਾਨੂੰ ਕੋਈ ਐਗਜ਼ਾਮਪਲ ਦੇ ਕੇ ਸਮਝਾਓ। ਕਿ ਤੁਸੀਂ ਕਹਿੰਦੇ ਹੋ ਕਬੀਰ ਸੰਤ ਨ ਛਾੜੈ ਸੰਤਈ ਜੋ ਕੋਟਕ ਮਿਲ ਹੈ, ਅਸੰਤ ਕਰੋੜਾਂ ਅਸੰਤਾਂ ਨੇ ਘੇਰਾ ਇੱਕ ਸੰਤ ਨੂੰ ਪਾਇਆ ਹੋਵੇ, ਜਿਹਦੇ ਮਨ ਨੂੰ ਸ਼ਾਂਤ ਕੀਤਾ ਹੋਇਆ ਹੈ, ਉਹਨੂੰ ਘੇਰਾ ਪਾਇਆ ਹੋਵੇ, ਤੇ ਉਹ ਇੰਨਾ ਵੱਡਾ ਘੇਰਾ ਵੇਖ ਕੇ ਆਪਣੇ ਮਨ ਦੀ ਅਵਸਥਾ ਨੂੰ ਬਦਲਦਾ ਨਹੀਂ। ਕੋਈ ਉਦਾਹਰਨ ਦੇ ਕੇ ਸਮਝਾ ਸਕਦੇ ਹੋ? ਕਬੀਰ ਜੀ ਕਹਿੰਦੇ ਹਾਂ, ਬੜੀ ਵੱਡੀ ਉਦਾਹਰਨ ਹੈ। ਕਿਹੜੀ? ਕਹਿੰਦੇ ਮਲਿਆਗਰ, ਜਿਵੇਂ ਚੰਦਨ ਦਾ ਹੁੰਦਾ ਨਾ ਬੂਟਾ, ਚੰਦਨ ਦਾ ਰੁੱਖ ਹੁੰਦਾ ਹੈ, ਕਹਿੰਦੇ ਉਹ ਠੰਡਾ। ਚੰਦਨ ਕੀ ਹੈ? ਠੰਡਾ। ਤਾਂ ਹੀ ਤੇ ਉਹਨੂੰ ਮਸਤਕ ਤੇ ਲਾਇਆ ਜਾਂਦਾ ਹੈ, ਤਾਂ ਕਿ ਮਸਤਕ ਠੰਡਾ ਰਵੇ। ਚੰਦਨ ਦਾ ਲੇਪ ਕਿਉਂ ਕੀਤਾ ਜਾਂਦਾ ਹੈ? ਤਾਂ ਕਿ ਠੰਡਕ ਮਿਲਦੀ ਰਵੇ, ਕਿਉਂਕਿ ਚੰਦਨ ਜਿਹੜਾ ਹੈ ਇਹਦਾ ਸੁਭਾਅ ਠੰਡਕ ਵਾਲਾ ਹੈ। ਹੁਣ ਸੱਪ ਦੀ ਉਦਾਹਰਨ ਦਿੱਤੀ। ਸੱਪ ਦੇ ਅੰਦਰ ਕੀ ਹੈ? ਜ਼ਹਿਰ। ਉਸ ਜ਼ਹਿਰ ਦੇ ਕਰਕੇ ਸੱਪ ਅੰਦਰ ਤੜਪਦਾ ਰਹਿੰਦਾ ਹੈ। ਉਹ ਤਪਸ਼ ਉਹਦੇ ਅੰਦਰ ਜ਼ਹਿਰ ਦੀ ਬਣੀ ਰਹਿੰਦੀ ਹੈ। ਉਹ ਚਾਹੁੰਦਾ ਵੀ ਮੈਨੂੰ ਕਿਤੇ ਠੰਡੀ ਥਾਂ ਮਿਲ ਜਾਏ, ਮੈਨੂੰ ਕੋਈ ਠੰਡ ਪਾਉਣ ਵਾਲੀ ਜਗ੍ਹਾ ਮਿਲ ਜਾਏ, ਜਿੱਥੇ ਮੈਂ ਬੈਠ ਕੇ ਕੁਝ ਠੰਡ ਪਾ ਸਕਾਂ, ਕਿਉਂਕਿ ਅੰਦਰ ਦੀ ਜ਼ਹਿਰ ਉਹਨੂੰ ਹਰ ਵੇਲੇ ਤਪਾਉਂਦੀ ਰਹਿੰਦੀ ਹੈ। ਅਸੀਂ ਕਿਉਂ ਤਪਦੇ ਹਾਂ? ਕਿਉਂਕਿ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜ਼ਹਿਰ ਚੜੀ ਹੋਈ ਹੈ। ਇਸ ਕਰਕੇ ਅਸੀਂ ਤਪਦੇ ਹਾਂ। ਤੇ ਜਿਹੜੀ ਸ਼ੀਤਲਤਾ, ਠੰਡਕ ਅਸੀਂ ਮਨ ਕਰਕੇ ਲੈਣੀ ਹੈ ਨਾ, ਧਿਆਨ ਰੱਖਿਓ, ਉਹ ਸਾਨੂੰ ਪਹਾੜਾਂ ਦੀ ਚੋਟੀ ਤੇ ਨਹੀਂ ਮਿਲਣੀ, ਉਹ ਸਾਨੂੰ ਠੰਡੇ ਰੂਮ ਵਿੱਚ ਬਹਿ ਕੇ ਠੰਡਕ ਨਹੀਂ ਮਿਲਣੀ, ਉਹ ਪੋਹ ਮਾਘ ਦੀ ਠੰਡਕ ਵਿੱਚ, ਠੰਡ ਦੀ ਰੁੱਤ, ਠੰਡ ਦੇ ਦਿਨਾਂ ਵਿੱਚ ਠੰਡ ਨਹੀਂ ਮਿਲਣੀ। ਉਹ ਮਨ ਦੀ ਠੰਡਕ ਮਿਲਣੀ ਹੈ ਪਰਮੇਸ਼ਵਰ ਦੇ ਨਾਮ ਦੇ ਨਾਲ। ਤਾਈ ਤੇ ਸਾਹਿਬ ਕਹਿੰਦੇ ਸੀ, ਚੰਦਨ ਚੰਦ ਨ ਸਰਦ ਰੁੱਤ ਮੂਲ ਨਾ ਮਿਟਈ ਘਾਮ। ਭਾਵੇਂ ਸਰਦ ਰੁੱਤ ਹੋਵੇ, ਭਾਵੇਂ ਚੰਦਨ ਦੀ ਠੰਡਕ ਹੋਵੇ, ਤੇਰੇ ਅੰਦਰ ਠੰਡ ਤਾਂ ਪੈਣੀ ਹੈ ਜੇ ਤੂੰ ਨਾਮ ਦਾ ਅਭਿਆਸੀ ਬਣੇਗਾ, ਜੇ ਤੂੰ ਨਾਮ ਦਾ ਸਿਮਰਨ ਕਰੇਗਾ। ਹੁਣ ਇੱਥੇ ਉਦਾਹਰਨ ਸੱਪ ਦੀ ਤੇ ਚੰਦਨ ਦੀ ਦਿੱਤੀ ਹੈ। ਕਹਿੰਦੇ ਚੰਦਨ ਠੰਡਾ ਹੁੰਦਾ ਹੈ ਤੇ ਸੱਪ ਤਪਿਆ ਹੋਇਆ ਹੁੰਦਾ ਹੈ। ਉਹ ਠੰਡ ਵਾਲੀ ਜਗ੍ਹਾ ਨੂੰ ਭਾਲਦਾ, ਮੈਨੂੰ ਕੋਈ ਠੰਡ ਪਾਉਣ ਵਾਲੀ ਜਗ੍ਹਾ ਮਿਲ ਜਾਏ। ਕਹਿੰਦੇ ਮਲਿਆਗਰ ਭੁਯੰਗਮ ਬੇਢਿਓ। ਬੇਢਿਓ ਦਾ ਅਰਥ ਹੁੰਦਾ ਘੇਰਿਆ। ਚੰਦਨ ਦੇ ਉਸ ਬੂਟੇ ਨੂੰ, ਰੁੱਖ ਨੂੰ ਸੱਪਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ। ਠੰਡ ਲੈਣ ਵਾਸਤੇ ਉਹਦੇ ਨਾਲ ਲਿਪਟੇ ਪਏ ਨੇ, ਚੰਦਨ ਦੇ ਨਾਲ ਸੱਪ। ਪਰ ਹੋਇਆ ਕੀ? ਕਹਿੰਦੇ ਤਾਂ ਸੀਤਲਤਾ ਨਾ ਤਜੰਤ। ਪਰ ਚੰਦਨ ਆਪਣੀ ਠੰਡਕ ਨਹੀਂ ਤਿਆਗਦਾ। ਹੁਣ ਉਸ ਚੰਦਨ ਦੇ ਚਾਰੇ ਪਾਸੇ ਸੱਪ ਲਿਪਟੇ ਪਏ ਨੇ, ਜਿਹੜੇ ਤਪ ਰਹੇ ਨੇ, ਅੰਦਰ ਜ਼ਹਿਰ ਕਰਕੇ ਤਪਦੇ ਨੇ, ਤੇ ਉਹ ਉਸ ਚੰਦਨ ਕੋਲੋਂ ਠੰਡ ਲੈ ਰਹੇ ਨੇ। ਪਰ ਉਹ ਚਾਰੇ ਪਾਸੇ ਸੱਪ ਘਿਰੇ ਹੋਣ ਕਰਕੇ ਵੀ ਚੰਦਨ ਆਪਣੀ ਠੰਡਕ ਨਹੀਂ ਤਿਆਗ ਰਿਹਾ। ਇਸੇ ਤਰ੍ਹਾਂ ਜਿਹੜਾ ਅਸਲ ਵਿੱਚ ਮਨ ਨੂੰ
ਸ਼ਾਂਤ ਕਰਨ ਵਾਲਾ ਸੰਤ ਹੁੰਦਾ ਹੈ, ਉਹ ਕਦੇ ਅਸੰਤ ਵਿੱਚ ਆ ਕੇ ਆਪਣੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਦਾ। ਜਿਹੜਾ ਉਹਦੇ ਕੋਲ ਗੁਣ ਹੁੰਦਾ ਹੈ, ਉਹ ਆਪਣੇ ਗੁਣ ਦਾ ਤਿਆਗ ਨਹੀਂ ਕਰਦਾ। ਉਹ ਮਨਮੁਖਾਂ ਦੇ ਵਿੱਚ ਆ ਕੇ ਵੀ ਮਨਮੁਖ ਨਹੀਂ ਬਣ ਜਾਂਦਾ। ਉਹ ਸਾਕਤ ਵਿੱਚ ਆ ਕੇ ਵੀ ਸਾਕਤ ਨਹੀਂ ਬਣ ਜਾਂਦਾ। ਉਹ ਵਿਕਾਰੀਆਂ ਵਿੱਚ ਆ ਕੇ ਵੀ ਵਿਕਾਰੀ ਨਹੀਂ ਬਣ ਜਾਂਦਾ। ਪਰ ਮਾਫ ਕਰਨਾ, ਅਸੀਂ ਤਾਂ ਦੋਗਲੇ ਹਾਂ। ਜਿਹੜਾ ਸ਼ਬਦ ਵਰਤਿਆ ਮਾਫ ਕਰਨਾ, ਅਸੀਂ ਗੁਰੂ ਕੋਲ ਆ ਕੇ ਗੁਰੂ ਵਾਲੇ ਬਣ ਜਾਂਦੇ ਹਾਂ। ਅਸੀਂ ਫਿਰ ਸੰਸਾਰ ਵਿੱਚ ਜਾ ਕੇ ਸੰਸਾਰੀ ਵਰਗੇ ਬਣ ਜਾਂਦੇ ਹਾਂ। ਸੰਸਾਰ ਵਿੱਚ ਕੀ ਹੈ? ਸਭ ਕੁਝ ਚੱਲਦਾ ਹੈ। ਦੁਨੀਆ ਵਿੱਚ ਸਭ ਕੁਝ ਚੱਲਦਾ ਹੈ। ਇੱਥੇ ਪ੍ਰਸੰਗ ਚੱਲ ਰਿਹਾ, ਜਿਹੜੇ ਰਾਤ ਇਤਿਹਾਸ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਭੀਮ ਚੰਦ ਦੇ ਪੁੱਤਰ ਦਾ ਵਿਆਹ ਫਤਿਹ ਸ਼ਾਹ ਦੀ ਧੀ ਨਾਲ ਹੋਣਾ ਹੈ। ਕਹਿਲੂਰੀ ਰਾਜਾ ਹੈ ਭੀਮ ਚੰਦ, ਔਰ ਸ਼੍ਰੀਨਗਰ ਦਾ ਰਾਜਾ ਹੈ ਇਹ ਫਤਿਹ ਸ਼ਾਹ। ਹੁਣ ਉੱਥੇ ਆਪਸ ਵਿੱਚ ਉਹ ਦੋਵਾਂ ਦੇ ਜਿਹੜੇ ਸੰਬੰਧ ਹੋਏ, ਜਿਹਨੂੰ ਮਿਲਣੀ ਕਹਿੰਦੇ ਆਪਾਂ, ਉਹ ਦੋਵਾਂ ਦੀ ਹੋਈ ਹੈ। ਪਰ ਉੱਥੇ ਇੱਕ ਜ਼ਿਕਰ ਕੀਤਾ ਸੀ ਕਿ ਅਸੀਂ ਵੀ ਆਪਣੇ ਧੀਆਂ ਪੁੱਤ ਦੇ ਵਿਆਹ ਕਰਦੇ ਹਾਂ, ਪਰ ਗੁਰਮਤ ਤੋਂ ਕਿੰਨਾ ਉਲਟ ਹੋ ਕੇ ਕਰਦੇ ਹਾਂ। ਕਿੰਨਾ ਗੁਰਮਤ ਤੋਂ ਪਾਸੇ ਹਟ ਕੇ ਅਸੀਂ ਧੀਆਂ ਪੁੱਤਰ ਦੇ ਵਿਆਹ ਕਰਦੇ ਹਾਂ। ਉਹ ਸਭ ਕੁਝ ਉਹੀ ਕੰਮ ਕਰਦੇ ਹਾਂ ਜਿਹਦੇ ਤੋਂ ਗੁਰੂ ਸਾਹਿਬ ਸਾਨੂੰ ਵਰਜਦੇ ਨੇ। ਅਸੀਂ ਸਾਰੇ ਉਹ ਕੰਮ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਵਿੱਚ ਕਰਦੇ ਹਾਂ ਜਿਹੜਾ ਸਾਨੂੰ ਗੁਰਮਤ ਤੋਂ ਉਲਟ ਲੈ ਜਾਂਦਾ ਹੈ। ਫਿਰ ਅਸੀਂ ਦੋਗਲੇ ਨਹੀਂ ਹੋਏ। ਅਸੀਂ ਪੈਲਸਾਂ ਕਲੱਬਾਂ ਵਿੱਚ ਜਾ ਕੇ ਉਹ ਸਾਰੇ ਕੰਮ ਕਰਕੇ ਆਏ ਤੇ ਫਿਰ ਗੁਰੂ ਸਾਹਿਬ ਕੋਲ ਆ ਕੇ ਕਹਿੰਦੇ ਆ, ਮਹਾਰਾਜ ਜੀ ਅਸੀਂ ਤੁਹਾਡੇ ਨਾਲ ਵੀ ਰਿਸ਼ਤਾ ਰੱਖਣਾ, ਅਸੀਂ ਦੁਨੀਆ ਨਾਲ ਵੀ ਰੱਖਣਾ, ਦੁਨੀਆਦਾਰੀ ਵੀ ਨਿਭਾਉਣੀ ਹੈ ਤੇ ਤੁਹਾਡੇ ਨਾਲ ਵੀ ਨਿਭਾਉਣਾ ਹੈ। ਇਹਦਾ ਮਤਲਬ ਅਸੀਂ ਬਾਹਰੋਂ ਕੁਝ ਹੋਰ ਹਾਂ, ਅੰਦਰੋਂ ਕੁਝ ਹੋਰ ਹਾਂ। ਫਿਰ ਅਸੀਂ ਸੱਚੇ ਸਿੱਖ ਨਹੀਂ, ਅਸੀਂ ਕੱਚੇ ਸਿੱਖ ਹਾਂ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਮਹਾਰਾਜ ਕਹਿੰਦੇ ਤੂੰ ਕੱਚਾ ਹੈ, ਤੂੰ ਤਾਂ ਦੁਨੀਆ ਨਾਲ ਵੀ ਨਿਭਾਉਣਾ ਪਿਆ ਤੇ ਮੇਰੇ ਨਾਲ ਵੀ ਨਿਭਾਉਣਾ ਪਿਆ। ਤੂੰ ਦੁਨੀਆਦਾਰੀ ਦੇ ਰੀਤੀ ਰਿਵਾਜ ਰਸਮਾਂ ਵੀ ਛੱਡਣ ਨੂੰ ਤਿਆਰ ਨਹੀਂ, ਤੇ ਤੂੰ ਗੁਰੂ ਸਾਹਿਬ ਕਹਿੰਦੇ ਨੇ ਆ ਗੁਰੂ ਦਾ ਦਰ ਵੀ ਛੱਡਣ ਨੂੰ ਤਿਆਰ ਨਹੀਂ। ਤੂੰ ਕਹਿੰਦਾ ਦੋਵੇਂ ਪਾਸੇ ਮੈਂ ਰੱਖਣੇ ਨੇ, ਦੁਨੀਆਦਾਰੀ ਵੀ ਨਿਭਾਉਣੀ, ਰੀਤੀ ਰਿਵਾਜ ਵੀ ਨਿਭਾਉਣੇ। ਜੋ ਜੋ ਰਸਮਾਂ ਮੈਨੂੰ ਕਿਸੇ ਨੇ ਕਹਿਣੀਆਂ ਉਹ ਸਾਰੀਆਂ ਰਸਮਾਂ ਮੈਂ ਨਿਭਾਉਣੀਆਂ, ਭਾਵੇਂ ਉਹ ਕਰਮ ਕਾਂਡ ਹੀ ਹੋਵੇ। ਤਿੰਨ ਅਵਸਥਾਵਾਂ ਨੇ, ਇੱਕ ਜਨਮ ਔਰ ਇੱਕ ਆਨੰਦ ਕਾਰਜ ਔਰ ਇੱਕ ਮਰਨ। ਜਿਹੜਾ ਜਨਮ ਸੰਸਕਾਰ, ਆਨੰਦ ਕਾਰਜ ਵਾਲਾ ਸੰਸਕਾਰ ਤੇ ਮਰਨ ਵਾਲਾ ਸੰਸਕਾਰ, ਇਹ ਤਿੰਨਾਂ ਵਿੱਚ ਵੇਖ ਲਿਓ ਕਿੰਨੀ ਕੁ ਗੁਰਮਤ ਨਜ਼ਰ ਆਉਂਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਅਸੀਂ ਦੁਨੀਆ ਵਾਲਾ ਪੱਖ ਸਾਹਮਣੇ ਰੱਖਦੇ ਹਾਂ ਕਿ ਗੁਰਮਤ ਵਾਲਾ ਰੱਖਦੇ ਹਾਂ। ਜਦੋਂ ਸਾਡੇ ਧੀਆਂ ਪੁੱਤਰ ਦੇ ਆਨੰਦ ਕਾਰਜ ਹੁੰਦੇ ਨੇ, ਉਹਦੇ ਵਿੱਚ ਮਨਮਤ ਕਿੰਨੀ ਹੁੰਦੀ ਹੈ ਤੇ ਗੁਰਮਤ ਕਿੰਨੀ ਹੁੰਦੀ ਹੈ। ਜਦੋਂ ਕਿਤੇ ਸਰੀਰ ਕੋਈ ਛੱਡ ਜਾਏ, ਉੱਥੇ ਅਸੀਂ ਮਨਮਤ ਕਿੰਨੀ ਅੱਗੇ ਰੱਖਦੇ ਹਾਂ ਤੇ ਗੁਰਮਤ। ਜਿਹੜੇ ਹਰ ਵੇਲੇ ਗੁਰਮਤ ਅੱਗੇ ਰੱਖਦੇ ਨੇ, ਮੁਬਾਰਕ ਹੈ ਉਹਨਾਂ ਨੂੰ, ਬਹੁਤ ਵਧਾਈਆਂ ਨੇ ਉਹਨਾਂ ਨੂੰ। ਕਿਤੇ ਉਹਨਾਂ ਦੀ ਵੀ ਸੰਗਤ ਕਰਨ ਨੂੰ ਮਿਲ ਜਾਏ ਤੇ ਅਸੀਂ ਵੀ ਗੁਰਮਤ ਦੇ ਧਾਰਨੀ ਬਣ ਜਾਈਏ। ਪਰ ਬਹੁਤਾਤ ਵਿੱਚ ਤਾਂ ਇਸ ਤਰ੍ਹਾਂ ਹੀ ਹੈ ਕਿ ਅਸੀਂ ਬਾਹਰੋਂ ਗੁਰੂ ਦੇ ਸਿੱਖ ਹਾਂ, ਪਰ ਅੰਦਰ ਮਨਮਤ ਭਰੀ ਹੋਈ ਹੈ। ਸਾਰੇ ਕਰਮ ਕਾਂਡ ਅਸੀਂ ਵਹਿਮ ਭਰਮ ਵਿੱਚ ਫਸ ਕੇ ਕਰਨ ਨੂੰ ਤਿਆਰ ਹਾਂ। ਫਿਰ ਇਹਦਾ ਮਤਲਬ ਅਸੀਂ ਦੋਗਲੇ ਹੋਏ ਨਾ, ਵੀ ਅੰਦਰੋਂ ਕੁਛ ਤੇ ਬਾਹਰੋਂ ਕੁਛ। ਪਰ ਕਬੀਰ ਜੀ ਕਹਿੰਦੇ ਜਿਹੜਾ ਅਸਲ ਸੰਤ ਹੁੰਦਾ ਨਾ, ਉਹ ਕਰੋੜਾਂ ਅਸੰਤ ਵੇਖ ਕੇ ਵੀ ਆਪਣੇ ਅੰਦਰ ਦੀ ਸੰਤ ਵਾਲਾ ਅਵਸਥਾ, ਸੰਤ ਵਾਲਾ ਗੁਣ ਅੰਦਰ ਕਦੇ ਵੀ ਨਹੀਂ ਤਿਆਗਦਾ। ਚੰਦਨ ਠੰਡਾ ਹੁੰਦਾ ਹੈ, ਪਰ ਹਜ਼ਾਰਾਂ ਸੱਪ ਆ ਕੇ ਲਿਪਟ ਜਾਣ, ਪਰ ਉਹ ਆਪਣੀ ਠੰਡਕ ਨਹੀਂ ਤਿਆਗਦਾ, ਉਹ ਆਪਣਾ ਗੁਣ ਨਹੀਂ ਤਿਆਗਦਾ। ਇਸ ਲਈ ਕਹਿ ਰਹੇ ਨੇ ਕਬੀਰ ਜੀ ਕਿ ਹੇ ਸੰਸਾਰ ਦੇ ਲੋਕੋ, ਕਿਉਂ ਐਵੇਂ ਤੁਸੀਂ ਵਹਿਮ ਭਰਮ ਕਰਮ ਕਾਂਡ ਵਿੱਚ ਪਏ ਹੋਏ ਹੋ। ਤੁਸੀਂ ਪੂਰਨ ਤੌਰ ਤੇ ਜਿਨੇ ਤੁਹਾਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ, ਮਨ ਤਨ ਕਰਕੇ ਉਸ ਪਰਮੇਸ਼ਵਰ ਦੇ ਹੋ ਜਾਓ, ਉਹਦੇ ਨਾਮ ਦੇ ਰੰਗ ਵਿੱਚ ਰੰਗੇ ਜਾਓ। ਇਹ ਉਦਾਹਰਨ ਦੇ ਕੇ ਕਬੀਰ ਜੀ ਨੇ ਸਮਝਾਇਆ ਹੈ। ਕਬੀਰ ਮਨ ਸ਼ੀਤਲ ਪਿਆ, ਪਾਇਆ ਬ੍ਰਹਮ ਗਿਆਨ। ਕਬੀਰ ਜੀ ਕਹਿੰਦੇ ਨੇ ਰਹਿਣਾ ਸੰਤ ਨੇ ਵੀ ਸੰਸਾਰ ਵਿੱਚ ਹੈ ਤੇ ਰਹਿਣਾ ਅਸੰਤ ਨੇ ਵੀ ਸੰਸਾਰ ਵਿੱਚ ਹੈ। ਸੰਸਾਰ ਦਾ ਦੂਜਾ ਨਾਮ ਹੈ ਮਾਇਆ, ਤੇ ਮਾਇਆ ਦਾ ਜਿਹੜਾ ਰੂਪ ਹੈ ਉਹ ਕਿਸ ਤਰ੍ਹਾਂ ਦਾ ਹੈ, ਉਹਦਾ ਸੁਭਾਅ ਕਿਦਾਂ ਦਾ ਹੈ, ਅੱਗ ਦਾ। ਫਿਰ ਥੋੜਾ ਸਮਝ ਲੈਣਾ ਵਿਚਾਰ ਨੂੰ।
ਸੰਸਾਰ ਦਾ ਦੂਜਾ ਨਾਮ ਮਾਇਆ, ਤੇ ਮਾਇਆ ਦਾ ਸੁਭਾਅ ਕਿਦਾਂ ਦਾ ਹੈ? ਅੱਗ ਦਾ। ਜਿਵੇਂ ਅੱਗ ਦਾ ਸੁਭਾਅ ਹੈ ਨਾ ਸਾੜ ਦੇਣਾ, ਇਸੇ ਤਰ੍ਹਾਂ ਮਾਇਆ ਦਾ ਸੁਭਾਅ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਅੱਗ ਦਾ ਸੁਭਾਅ ਇੱਕੋ ਜਿਹਾ ਹੀ ਹੈ। ਅੱਗ ਭਾਵੇਂ ਜਿੰਨੇ ਮਰਜ਼ੀ ਰੂਪ ਵਿੱਚ ਹੋਵੇ, ਪਰ ਸੁਭਾਅ ਤੇ ਉਹਦਾ ਇੱਕੋ ਹੀ ਹੈ ਨਾ। ਸੇਕ ਪਹੁੰਚਾਣਾ, ਉਹਨੂੰ ਸਾੜਨਾ। ਪਰ ਕਹਿੰਦੇ ਜਿਹੜਾ ਭਗਤ ਹੁੰਦਾ ਨਾ, ਉਹ ਅੱਗ ਦਾ ਸੁਭਾਅ ਵੀ ਬਦਲ ਦਿੰਦਾ ਹੈ। ਜਿਹੜਾ ਭਗਤੀ ਕਰਨ ਵਾਲਾ, ਮਨ ਨੂੰ ਠੰਡਕ ਦੇਣ ਵਾਲਾ, ਮਨ ਨੂੰ ਸ਼ਾਂਤ ਕਰਨ ਵਾਲਾ, ਉਹ ਸੰਸਾਰ ਦੇ ਮਾਇਆ ਦਾ ਵੀ ਸੁਭਾਅ ਬਦਲ ਕੇ ਰੱਖ ਦਿੰਦਾ ਹੈ। ਇਹੀ ਕਾਰਨ ਸੀ ਕਿ ਦੁਨੀਆ ਇਹਦੇ ਮਗਰ ਭੱਜਦੀ ਹੈ। ਇਹ ਮਾਇਆ ਭਗਤਾਂ ਦੇ ਚਰਨਾਂ ਦੀ ਦਾਸੀ ਹੈ। ਦੁਨੀਆ ਭੱਜਦੀ ਹੈ ਸੰਸਾਰ ਵਿੱਚ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਪਰ ਦੁਨੀਆ ਇਹਨਾਂ ਮਗਰ ਭੱਜਦੀ ਪਈ ਹੈ। ਇਹੀ ਕਾਰਨ ਸੀ ਕਿ ਦੁਨੀਆ ਇਸ ਮਾਇਆ ਰੂਪੀ ਸੰਸਾਰ ਵਿੱਚ ਸੜ ਰਹੀ ਹੈ, ਪਰ ਭਗਤ ਜਨ ਸੰਸਾਰ ਵਿੱਚ ਰਹਿ ਕੇ ਵੀ ਸ਼ਾਂਤ ਦੇ ਸ਼ਾਂਤ ਨੇ। ਉਹ ਸੰਸਾਰ ਨੂੰ ਨਹੀਂ ਤਿਆਗਦੇ। ਹੁਣ ਸਮਝ ਲੈਣਾ ਸ਼ਲੋਕ ਜੋ ਕਬੀਰ ਜੀ ਕਹਿ ਰਹੇ ਨੇ। ਕਬੀਰ ਮਨ ਸ਼ੀਤਲ ਭਇਆ। ਸ਼ੀਤਲ ਦਾ ਮਤਲਬ ਸਮਝਦੇ ਹੋ ਠੰਡਾ। ਮਨ ਠੰਡਾ ਹੋ ਗਿਆ। ਪਰ ਕਿਵੇਂ ਹੋਇਆ? ਕਹਿੰਦੇ ਪਾਇਆ ਬ੍ਰਹਮ ਗਿਆਨ। ਜਦੋਂ ਬ੍ਰਹਮ ਦਾ ਗਿਆਨ ਮਿਲ ਗਿਆ, ਮਨ ਉਹਨਾਂ ਦਾ ਸ਼ੀਤਲ ਹੋ ਜਾਂਦਾ। ਦੁਨੀਆ ਦਾ ਗਿਆਨ ਲੈ ਕੇ ਨਹੀਂ, ਜਿਹਨੂੰ ਬ੍ਰਹਮ ਦਾ ਗਿਆਨ ਮਿਲਿਆ, ਉਹਨੇ ਆਪਣੇ ਮਨ ਨੂੰ ਸ਼ੀਤਲ ਕਰ ਲਿਆ। ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਹੁਣ ਅੱਗ ਜਿਹੜੀ ਹੈ ਗਰਮ ਹੈ, ਅੱਗ ਦਾ ਸੁਭਾਅ ਹੈ ਸਾੜਨਾ, ਪਾਣੀ ਠੰਡਾ ਹੈ। ਕਹਿੰਦੇ ਜਿਹਨੇ ਮਨ ਦੇ ਵਿੱਚ ਬ੍ਰਹਮ ਦਾ ਗਿਆਨ ਲੈ ਕੇ ਮਨ ਨੂੰ ਸ਼ੀਤਲ ਕਰ ਲਿਆ। ਜਿਨ ਜਵਾਲਾ, ਜਵਾਲਾ ਦਾ ਮਤਲਬ ਜਿਵੇਂ ਜਵਾਲਾਮੁਖੀ ਆਪਾਂ ਕਹਿੰਦੇ, ਉਹਦੇ ਚ ਕੀ ਹੁੰਦਾ? ਅੱਗ ਦੇ ਭਾਂਬੜ, ਅੱਗ ਦੀਆਂ ਲਾਟਾਂ ਬਲਦੀਆਂ ਨੇ ਜੋ ਸਾੜ ਦਿੰਦੀਆਂ। ਕਹਿੰਦੇ ਜਿਨ ਜਵਾਲਾ ਜਗ ਜਾ ਰਿਹਾ, ਜਿਸ ਮਾਇਆ ਰੂਪੀ ਅੱਗ ਨੇ ਸਾਰੇ ਸੰਸਾਰ ਦੇ ਜੀਆਂ ਨੂੰ ਸਾੜ ਕੇ ਰੱਖ ਦਿੱਤਾ, ਸੋ ਜਨ ਕੇ ਉਦਕ ਸਮਾਨ। ਉਦਕ ਕਹਿੰਦੇ ਆ ਪਾਣੀ ਨੂੰ। ਕਹਿੰਦੇ ਜਨ ਭਗਤ ਜਿਹਨੇ ਮਨ ਨੂੰ ਸ਼ੀਤਲ ਕੀਤਾ ਬ੍ਰਹਮ ਗਿਆਨ ਲੈ ਕੇ, ਉਸ ਬ੍ਰਹਮ ਦੇ ਗਿਆਨ ਲੈਣ ਵਾਲੇ, ਮਨ ਨੂੰ ਸ਼ਾਂਤ ਕਰਨ ਵਾਲੇ, ਉਸ ਜਨ ਦੇ ਲਈ ਉਹ ਮਾਇਆ ਉਦਕ ਪਾਣੀ ਦੇ ਸਮਾਨ ਹੁੰਦੀ ਹੈ। ਭਾਵ ਉਹਨੂੰ ਨਹੀਂ ਸਾੜ ਸਕਦੀ, ਉਹਦੇ ਅੰਦਰ ਵਿਕਾਰ ਪੈਦਾ ਨਹੀਂ ਕਰ ਸਕਦੀ, ਉਹਨੂੰ ਕਦੇ ਵੀ ਤ੍ਰਿਸ਼ਨਾ ਦੀ ਅੱਗ, ਜਿਹੜੀ ਕ੍ਰੋਧ ਦੀ ਅੱਗ, ਕਦੇ ਨਹੀਂ ਸਾੜਦੀ। ਉਹ ਸਦਾ ਮਨ ਨੂੰ ਸ਼ੀਤਲ ਰੱਖ ਕੇ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਆਪਣੇ ਜਨਮ ਨੂੰ ਸਫਲ ਕਰ ਲੈਂਦਾ ਹੈ। ਇਸ ਲਈ ਕਬੀਰ ਜੀ ਨੇ ਕਿਹਾ ਸੀ, ਕਬੀਰ ਸੰਸਾ ਦੂਰ ਕਰ ਕਾਗਦ ਦੇ ਬਹਾਏ। ਜਿਹੜਾ ਕਾਗਜ਼ ਦੇ ਲਿਖੇ ਅੱਖਰ ਤੇਰੇ ਮਨ ਵਿੱਚ ਸ਼ੰਕਾ ਪੈਦਾ ਕਰਦੇ ਨੇ, ਉਸ ਕਾਗਜ਼ ਨੂੰ ਰੋੜ ਦੇ ਤੇ ਬ੍ਰਹਮ ਦਾ ਗਿਆਨ ਲੈ, ਸੋਧ ਕੇ ਵਿਚਾਰ ਕੇ। ਜਦੋਂ ਤੂੰ ਬ੍ਰਹਮ ਦੇ ਗਿਆਨ ਨਾਲ ਜੁੜੇਗਾ ਤੇ ਤੇਰੇ ਮਨ ਨੂੰ ਸ਼ੀਤਲਤਾ ਮਿਲੇਗੀ, ਠੰਡਕ ਮਿਲੇਗੀ, ਤੇਰੇ ਜੀਵਨ ਵਿੱਚ ਖੁਸ਼ੀਆਂ, ਆਨੰਦ ਆਏਗਾ। ਤੇ ਅਸੀਂ ਬਾਣੀ 'ਚ ਕੀ ਪੜ੍ਹਦੇ ਹਾਂ? ਮਹਾਰਾਜ ਜੀ ਕਹਿੰਦੇ ਨੇ, ਲੋਕ ਜਾਣੈ ਇਹ ਗੀਤ ਹੈ, ਇਹ ਤੋਹ ਬ੍ਰਹਮ। ਇਹ ਬ੍ਰਹਮ ਦੀ ਵਿਚਾਰ ਹੈ ਜਿਹੜੀ ਸਾਨੂੰ ਗੁਰਬਾਣੀ ਵਿੱਚ ਦਿੱਤੀ ਹੈ। ਇਹਨੂੰ ਲੋਕ ਭਾਵੇਂ ਗੀਤ ਮਰਜ਼ੀ ਸਮਝੀ ਜਾਣ, ਪਰ ਇਹ ਬ੍ਰਹਮ ਦੀ ਵਿਚਾਰ ਹੈ। ਇਸ ਲਈ ਗੁਰਬਾਣੀ ਨਾਲ ਜੁੜੋ, ਗੁਰਬਾਣੀ ਨੂੰ ਸਮਝੋ, ਆਪਣੇ ਹਿਰਦੇ ਵਿੱਚ ਵਸਾਓ, ਤੇ ਇਹ ਵਿਕਾਰਾਂ ਦੀ ਅੱਗ ਸਦਾ ਲਈ ਅੰਦਰੋਂ ਬੁਝ ਜਾਏਗੀ। ਮਨ ਅੰਦਰ ਸ਼ੀਤਲ ਹੋਏਗਾ ਤੇ ਚਾਰ ਛਫੇਰੇ ਸੁੱਖ, ਆਨੰਦ ਤੇ ਖੁਸ਼ੀਆਂ ਦੀ ਪ੍ਰਾਪਤੀ ਹੋਏਗੀ। ਜਿੰਨਾ ਹੋ ਸਕੇ ਅਸੀਂ ਗੁਰੂ ਚਰਨਾਂ 'ਚ ਜੁੜੀਏ, ਸੰਗਤ ਕਰੀਏ, ਬਾਣੀ ਦਾ ਅਭਿਆਸ ਕਰੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸਰਬੱਤ ਦੇ ਭਲੇ ਦੀ ਅਰਦਾਸ ਹਰ ਵੇਲੇ ਗੁਰੂ ਚਰਨਾਂ ਦੇ ਵਿੱਚ ਹੋ ਰਹੀ ਹੈ, ਤਾਂ ਕਿ ਪੂਰੇ ਸੰਸਾਰ ਵਿੱਚ ਜੋ ਸੁੱਖ, ਆਨੰਦ ਤੇ ਖੁਸ਼ੀਆਂ ਜਿਹੜੀਆਂ ਨੇ ਬਣ ਸਕਣ। ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਮਨ ਸ਼ੀਤਲ ਪਿਆ, ਪਾਇਆ ਬ੍ਰਹਮ ਗਿਆਨ। ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ।